ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਆਏ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਜਿਵੇਂ ਪੰਜਾਬ ਦਾ ਮੌਸਮ ਤੇਜ਼ੀ ਨਾਲ ਠੰਡਾ ਹੋਇਆ, ਚੁਣਾਵੀ ਮੌਸਮ ਓਨਾ ਹੀ ਤੇਜ਼ੀ ਨਾਲ ਗਰਮ ਹੋਇਆ। ਘੇਰਨਾ ਇੱਕ ਦੂਜੇ ਨੂੰ ਕਵਾਇਦ ਹੁੰਦੀ ਹੈ ਨਹੀਂ ਤੇ ਨਹੀਂ, ਲੇਕਿਨ ਜਿਸ ਤਰੀਕੇ ਨਾਲ ਸਰਕਾਰ ਘਿਰੀ ਸੁਪਰੀਮ ਕੋਰਟ 'ਚ, ਪਹਿਲਾਂ ਉੱਚ ਅਦਾਲਤਾਂ 'ਚ, ਇਹ ਸਮਝ ਨਹੀਂ ਆਉਂਦੀ ਕਿ ਵਕੀਲਾਂ 'ਚ ਕੋਈ ਕਮੀ ਆ, ਵਿਲ ਪਾਵਰ 'ਚ ਕਮੀ ਹੈ, ਜਾਂ ਫੈਸਲੇ ਹੀ ਗਲਤ ਲਏ ਜਾਂਦੇ ਆ। ਸਮੇਧ ਸੈਣੀ ਤੋਂ ਆਉਂਦਿਆਂ ਹੁਣ ਤੱਕ ਜੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਬੱਸਾਂ ਜਾਂ ਆਰਬਿਟ ਜਾਂ ਬਾਦਲਾਂ ਦੇ ਮਾਮਲੇ 'ਚ ਸਰਕਾਰ ਨੂੰ ਜਿੱਦਾਂ ਲਤਾੜ ਪਈ ਹੈ, ਇਹਨੂੰ ਕਿਹੜੇ ਖਾਤੇ 'ਚ ਰੱਖਣਾ, ਇਹਦੇ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ। ਲਗਾਤਾਰ ਸ਼ਿਕਸਤ ਹੋਈ ਹੈ ਔਰ ਹੁਣ ਤਾਂ ਐਡਵੋਕੇਟ ਜਨਰਲ ਵੀ ਬਦਲਦੇ ਗਏ। ਦੂਜੇ ਬੰਨੇ ਇਸੇ ਤਰ੍ਹਾਂ ਦੀ ਘੇਰਾਬੰਦੀ ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਆ, ਔਰ ਜੇਕਰ ਤੁਸੀਂ ਉਹ ਜਿਹੜਾ ਅਣਮਿੱਥੇ ਸਮੇਂ ਦਾ ਧਰਨਾ ਰੱਖਿਆ ਗਿਆ ਬਰਗਾੜੀ ਦੇ ਵਿੱਚ, ਉਹਦਾ ਜ਼ਿਕਰ ਨਹੀਂ ਕਰੋਗੇ, ਗੱਲ ਨਹੀਂ ਅੱਗੇ ਤੁਰੂਗੀ। ਲੇਕਿਨ ਜਿਵੇਂ ਮਾਣਯੋਗ ਉੱਚ ਅਦਾਲਤ ਵਿੱਚ ਸਰਕਾਰ ਨੇ ਆਪਣਾ ਪੱਖ ਰੱਖਿਆ ਕਿ ਸਾਜ਼ਿਸ਼ ਡੇਰੇ ਦੇ ਅੰਦਰ ਘੜੀ ਗਈ ਹੈ, ਇਹਦਾ ਮਤਲਬ ਹੈ ਕਿ ਇਸ ਵਾਰੀ ਵੀ ਇਹ ਰਾਹਤ ਨਹੀਂ ਮਿਲਣੀ, ਇਹ ਘੇਰਾਬੰਦੀ ਦੋਨਾਂ ਰਵਾਇਤੀ ਪਾਰਟੀਆਂ ਦੀ ਹੋਣੀ ਆ। ਤੇ ਜੇਕਰ ਤੁਸੀਂ ਇਸੇ ਗੱਲ ਨੂੰ ਅੱਗੇ ਵਧਾਓਗੇ ਸਿਆਸਤਾਂ ਨੂੰ, ਤਾਂ ਕੈਪਟਨ ਅਮਰਿੰਦਰ ਸਿੰਘ ਫਿਰ ਫਾਇਦੇ 'ਚ ਨੇ। ਅੱਜ ਜੋ ਮਰਜ਼ੀ ਕੱਲ ਕੀ ਹੋਣ ਵਾਲਾ ਕੁਝ ਪਤਾ ਨਹੀਂ, ਲੇਕਿਨ ਭਾਜਪਾ ਨੇ, ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਨਾਲ ਯਾਰੀ ਪੁਗਾਤੀ ਆ। ਅਜੇ ਥੋ ਪਤਾ ਕੋਈ ਨਹੀਂ ਕੈਂਡੀਡੇਟਸ ਦਾ, ਲੇਕਿਨ ਅਗਲਿਆਂ ਕਹਿਤਾ ਸਾਡਾ ਗੱਠਜੋੜ ਪੱਕਾ, ਅਸੀਂ ਰਲ ਕੇ ਚੱਲਾਂਗੇ। ਹੁਣ ਮੈਨੂੰ ਲੱਗਦਾ ਰਲ ਕੇ ਹੀ ਫੈਸਲੇ ਹੋਣਗੇ ਕਿ ਕਿਹੜਾ ਉਮੀਦਵਾਰ ਕਿੱਥੋਂ ਖਿਲਾਰਨਾ। ਹੁਣ ਮੇਰ ਤੇਰ ਜ਼ਿਆਦਾ ਨਹੀਂ ਹੋਣੀ, ਜਸਟ ਇੱਕ ਗਲਵਕੜੀ ਹੈ। ਤੇ ਤੀਜੇ ਬੰਨੇ ਕਾਂਗਰਸ ਦੇ ਵਿੱਚ ਜਿਹੜੀ ਸਕਰੀਨਿੰਗ ਕਮੇਟੀ ਆ, ਔਰ ਜਿਹੜੀ ਚੰਡੀਗੜ੍ਹ 'ਚ ਕੱਲ ਕਵਾਇਦ ਰਹੀ, ਸਾਹ ਸੂਤੇ ਰਹੇ ਉਮੀਦਵਾਰਾਂ ਦੇ ਜਿਨ੍ਹਾਂ ਨੇ ਟਿਕਟਾਂ ਲਈ ਅਪਲਾਈ ਕਰਨਾ ਸੀ। ਅਪਲਾਈ ਕਰਨ ਦੇ ਨਾਲ ਹੀ ਉਹਨਾਂ ਨੂੰ ਹੁਣ ਇਹ ਵੀ ਦੱਸ ਧੁੱਖ ਨਹੀਂ ਪਤਾ ਲੱਗ ਰਹੀ ਕਿ ਕਿਹਨੇ ਫੈਸਲਾ ਲੈਣਾ ਪੰਜਾਬ ਦੇ ਵਿੱਚ। ਆ 3-4 ਵੱਡੇ ਲੀਡਰਾਂ 'ਚੋਂ ਕੋਈ ਪ੍ਰਭਾਵੀ ਹੈਗਾ ਵੀ ਕਿ ਨਹੀਂ। ਉਧਰ ਜਾਖੜ ਸਾਹਿਬ ਨੇ ਬੜੀ ਸਟੀਕ ਟਿੱਪਣੀ ਕੀਤੀ ਹੈ, ਕਹਿੰਦੇ ਕਿ ਉਧਰ 32 ਕਿਸਾਨ ਜਥੇਬੰਦੀਆਂ ਤਾਂ ਇੱਕ ਮੁੱਠ ਹੋ ਗਈਆਂ, ਤਾਂ ਉੱਥੋਂ 2 ਨਹੀਂ ਲੈ ਕੇ ਚੱਲੇ ਜਾਂਦੇ। ਕਾਂਗਰਸ ਨੂੰ ਬੜਾ ਵੱਡਾ ਉਹਨਾਂ ਮਿਹਣਾ ਮਾਰਿਆ ਵੀ ਇਹ ਦੋਨੇ ਇਕੱਠੇ ਕਰ ਲਓ, ਚੰਨੀ ਤੇ ਸਿੱਧੂ। ਲੇਕਿਨ ਪ੍ਰਗਟ ਸਿੰਘ ਲਈ ਕੱਲ ਇੱਕ ਥੋੜਾ ਜਿਹਾ ਝਟਕਾ ਸੀ। ਪ੍ਰਗਟ ਸਿੰਘ ਦੇ ਪੱਕੇ ਯਾਰ ਸਿੱਧੂ ਉਹਨਾਂ ਦੀ ਰੈਲੀ 'ਚੋਂ ਨਦਾਰਦ ਰਹੇ, ਨਹੀਂ ਆਏ। ਕੋਈ ਹੋਰ ਮੁਸ਼ਕਲਾਂ ਤਾਂ ਹੋ ਸਕਦੀਆਂ, ਲੇਕਿਨ ਲੋਕਾਂ 'ਚ ਤਾਂ ਸੁਨੇਹਾ ਇਹੀ ਗਿਆ। ਤੇ ਜਿਹੜੀਆਂ ਖਬਰਾਂ ਦਿੱਲੀ ਵਾਲੇ ਪਾਸਿਓਂ ਚੱਲਦੀਆਂ ਨੇ, ਚੋਣ ਕਮਿਸ਼ਨ ਨਾਲ ਗੈਰ ਰਸਮੀ ਮੀਟਿੰਗ ਕਰਨ ਦੇ ਦੋਸ਼ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਤੇ ਵਿਰੋਧੀ ਧਿਰ ਤਗੜੇ ਨਿਸ਼ਾਨੇ ਲਾ ਰਹੇ ਆ। ਔਰ ਇਸ ਵੇਲੇ ਜਿਹੜਾ ਲਖੀਮਪੁਰ ਖੀਰੀ ਦਾ ਮਾਮਲਾ ਉਹ ਫਿਰ ਸੁਰਖੀਆਂ ਦੇ ਵਿੱਚ ਆ। ਸੰਸਦ 'ਚ ਤਾਂ ਹੈ ਹੀ ਹੈ। ਉਹ ਗ੍ਰਹਿ ਰਾਜ ਮੰਤਰੀ ਬਾਰੇ ਜਿਵੇਂ ਤੁਸੀਂ ਮੈਨੂੰ ਗੈਰ ਰਸਮੀ ਦੱਸ ਰਹੇ ਸੀ ਕਿ ਕੁਝ ਹੋਰ ਵੀ ਬਹੁਤ ਆ। ਜੇ ਮੈਂ ਸ਼ੁਰੂਆਤ ਇਸ ਗੱਲ ਦੀ ਕਰਾਂ ਕਿ ਸੁਖਬੀਰ ਸਿੰਘ ਬਾਦਲ ਦਿਨ ਭਰ ਇੱਕ ਤੋਂ ਵੱਧ ਵਾਰੀ ਇਹ ਕਹਿੰਦੇ ਰਹੇ ਅਫਸਰਾਂ ਨੂੰ ਕਿ ਭਾਈ ਹਿੱਸਾ ਕਿਸੇ ਸਾਜ਼ਿਸ਼ ਦਾ ਨਾ ਬਣਿਓ, ਤੁਸੀਂ ਡੀਜੀਪੀ ਬਦਲਤਾ, ਸਾਨੂੰ ਸਾਡੇ ਬੰਦਿਆਂ ਨੂੰ ਅੰਦਰ ਦੇਣ ਦੀ ਜਿਹੜੀ ਗੱਲ ਤੁਰਦੀ ਪਈ ਆ, ਅਫਸਰ ਮੋਹਰਾ ਨਾ ਬਣਨ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਤੇ ਉਧਰ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਮੁਸ਼ਕਲ ਪੈਦਾ ਹੋ ਗਈ। ਕਿੱਥੋਂ ਸ਼ੁਰੂ ਕਰੀਏ? ਤੁਹਾਨੂੰ ਯਾਦ ਹੈ ਇਹ ਗੱਲਬਾਤ ਹੀ ਹਾਈ ਕੋਰਟ ਦੇ ਉਸ ਫੈਸਲੇ ਤੋਂ ਸ਼ੁਰੂ ਹੋਈ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੱਕ ਚਲੇਗੀ, ਜਿਹਦੇ ਵਿੱਚ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਵਾਲੀ SIT ਖਾਰਜ ਕੀਤੀ। ਕੁੰਵਰ ਵਿਜੇ ਪ੍ਰਤਾਪ ਤੇ ਬਹੁਤ ਸਖਤ ਟਿੱਪਣੀ ਕੀਤੀ ਔਰ ਜਾਂਚ ਆਈ ਗਈ ਹੋ ਗਈ ਸੀ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਇਹ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਬਰੰਗ ਵਾਪਸ ਭੇਜਤਾ, ਇਹਨਾਂ ਦੇ DS ਪਟਵਾਲੀਆ ਜਿਹੜੇ ਵਕੀਲ ਪੇਸ਼ ਹੋਏ ਸੀ, ਇਹ ਕਹਿ ਕੇ ਕਿ ਜਿਹੜੇ ਪੋਲੀਟੀਕਲ ਮਸਲੇ ਆ ਉਹ ਆ ਕੇ ਤੁਸੀਂ ਅਦਾਲਤਾਂ ਦੇ ਵਿੱਚ ਨਾ ਸੁਲਝਾਓ, ਇਹ ਤੁਸੀਂ ਆਪਣੇ ਆਪ ਹੀ ਹੱਲ ਕਰੋ। ਇਹ ਬਹੁਤ ਵੱਡੀ ਟਿੱਪਣੀ ਹੈ ਇੱਕ ਸਰਕਾਰ ਤੇ। ਲੇਕਿਨ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਪਾਂ ਗੱਲ ਕਰਦੇ ਹਾਂ, 23 ਅਪ੍ਰੈਲ ਨੂੰ ਰਾਜਵੀਰ ਸ਼ਰਾਵਤ, ਜਸਟਿਸ ਰਾਜਵੀਰ ਸ਼ਰਾਵਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਬਹੁਤ ਇੱਕ ਸਖਤ ਆਰਡਰ ਦਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਉੱਤੇ, ਜਿਹੜੇ IG ਸੀ। ਉਹ ਕਹਿੰਦੇ ਤੁਹਾਡੀ ਤਾਂ ਜਿਹੜੀ ਮਨਸ਼ਾ ਸੀ ਉਹੀ ਪੋਲੀਟੀਕਲ ਆ, ਤੁਸੀਂ ਪੋਲੀਟੀਕਲ ਲੀਡਰਸ ਦੇ ਨੇੜੇ ਹੋ। ਤੁਸੀਂ ਪਹਿਲਾਂ ਵੀ ਜਿਹੜਾ ਤੁਹਾਡਾ ਪਿਛੋਕੜ ਰਿਹਾ, ਉਹ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪਣੇ ਉਸ ਆਰਡਰ ਦੇ ਵਿੱਚ ਕਿ ਤੁਸੀਂ ਸਿਵਲ ਕੇਸ ਕ੍ਰਿਮੀਨਲ ਕੇਸਿਸ ਦੇ ਵਿੱਚ ਬਦਲਦੇ ਹੋ। ਫਿਰ ਉਹ ਕਹਿੰਦੇ ਆ ਕਿ ਤੁਸੀਂ ਦੇਖੋ ਕੋਈ ਵੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ, ਤੁਸੀਂ ਬਾਰ-ਬਾਰ ਪ੍ਰਕਾਸ਼ ਸਿੰਘ ਬਾਦਲ ਦਾ, ਪਹਿਲਾਂ ਤਾਂ ਤੁਸੀਂ ਇੱਕ ਸੰਨ 2019 ਦੀ ਇੰਟਰਵਿਊ ਸੀ ਉਹ 'ਚ ਉਹਨਾਂ ਦਾ ਨਾਂ ਲਿਆ, ਬਾਅਦ ਦੇ ਵਿੱਚ ਤੁਸੀਂ ਉਹਨਾਂ ਦੀ ਫੋਨ ਡਿਟੇਲਸ ਦੀਆਂ ਗੱਲਾਂ ਕਰਦੇ ਹੋ ਕਿ ਇੱਕ ਜਿਹੜਾ ਮੁੱਖ ਮੰਤਰੀ ਹੈ ਜਾਂ ਇੱਕ ਜਿਹਦੇ ਕੋਲੇ ਹੋਮ ਡਿਪਾਰਟਮੈਂਟ ਆ ਉਹ ਗੱਲ ਵੀ ਨਾ ਕਰੇ ਆਪਣੇ ਪੁਲਿਸ ਅਫਸਰਾਂ ਨਾਲ।
ਤੇ ਬਾਅਦ ਦੇ ਵਿੱਚ ਤੁਸੀਂ ਇੱਕ ਐਡਮਿਨਿਸਟ੍ਰੇਟਿਵ ਆਰਡਰ ਦਿੰਦੇ ਹੋ ਜਾ ਕੇ ਇੱਕ ਫਰੀਦਕੋਟ ਦੀ ਅਦਾਲਤ ਨੂੰ, ਉਹਨਾਂ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਕਹਿੰਦੇ ਹੋ ਕਿ ਫਲਾਣਾ ਸਿਵਲ ਜੱਜ ਬਦਲ ਦਿਓ ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਕਰੀਬੀ ਆ, ਪਰ ਤੁਹਾਡੇ ਕੋਲ ਐਵੀਡੈਂਸ ਕੋਈ ਨਹੀਂ ਆ। ਇੰਨੀ ਸਖਤ ਟਿੱਪਣੀ ਆਉਂਦੀ, ਫਿਰ ਉਹ ਕਹਿੰਦੇ ਤੁਸੀਂ ਥੀਏਟਰਿਕਸ ਇੱਕ ਅੰਗਰੇਜ਼ੀ ਦਾ ਵਰਡ ਆ, ਤੁਸੀਂ ਡਰਾਮੇਬਾਜ਼ੀ ਕਰਦੇ ਹੋ। ਇਹੋ ਜਿਹਾ ਕੁਝ ਹੈ ਕਿ ਅੱਗੇ ਆ ਜਾਓ, ਸੁਮੇਧ ਸਿੰਘ ਸੈਣੀ ਤੇ ਆ ਜਾਓ। ਸੁਮੇਧ ਸਿੰਘ ਸੈਣੀ 18 ਅਗਸਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ, 30 ਘੰਟੇ ਤੋਂ ਵੀ ਵੱਧ ਸਮੇਂ ਦੇ ਦੌਰਾਨ ਉਹ ਡਿਟੈਂਸ਼ਨ 'ਚ ਰਹਿੰਦੇ ਆ, ਤੇ ਫਿਰ 10 ਸਤੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਫੇਰ ਆਉਂਦਾ। ਉੱਥੇ ਫੇਰ ਪੋਲੀਟੀਕਲ ਗੱਲਬਾਤ ਹੁੰਦੀ ਹੈ। ਉਹ ਕਹਿੰਦੇ ਆ ਕਿ ਤੁਸੀਂ ਤਾਂ ਭਾਰਤਿੰਦਰ ਸਿੰਘ ਚਹਿਲ ਜਾਂ ਜਿਹੜੇ ਬੀਕੇ ਉੱਪਲ ਆ, ਇਹਨਾਂ ਦੇ ਜਿਹੜੇ ਹੈਗਾ ਇਹਨਾਂ ਦੇ ਮਤਹਿਤ ਹੋ ਕੇ ਸਾਰੀ ਕਾਰਵਾਈ ਕਰ ਰਹੇ ਸੀ। ਅਸੀਂ ਫਰਵਰੀ ਸਨ 2022 ਤੱਕ ਸੁਮੇਧ ਸਿੰਘ ਸੈਣੀ ਹੋਣਾ ਤੇ ਤਮਾਮ ਤਰ੍ਹਾਂ ਦੇ ਜਿਹੜੀ ਰੋਕ ਲਾਉਣੇ ਆ, ਕਿਸੇ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇੱਕ ਤਰ੍ਹਾਂ ਦੀ ਬਲੈਂਕਟ ਬੇਲ ਹੋ ਗਈ। ਬਾਅਦ ਦੇ ਵਿੱਚ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਰਾਜਵਿੰਦਰ ਸਿੰਘ ਬੈਂਸ ਜਿਹੜੇ ਪਬਲਿਕ ਪ੍ਰੋਸੀਕਿਊਟਰ ਦੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਹਾਇਰ ਕੀਤੇ ਜਾਂਦੇ ਨੇ, ਉਹ ਵੀ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਤਾਂ ਅਸੀਂ ਪੋਲੀਟੀਕਲ ਸੀ ਪਰ ਹੁਣ ਨਹੀਂ ਰਹੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਦਲ ਗਏ ਆ, ਨਿਜ਼ਾਮ ਬਦਲ ਗਿਆ, ਤੇ ਹੁਣ ਆ ਜੋ ਬੱਸਾਂ। ਇੱਕ ਗੱਲ ਤੁਸੀਂ ਦੇਖੋ ਰੰਧਾਵਾ ਜੀ, ਮੈਨੂੰ ਇਹ ਗੱਲ ਬਿਲਕੁਲ ਠੀਕ ਆ ਕਿ ਜੇ ਕੋਈ ਬੱਸਾਂ ਟੈਕਸ ਨਹੀਂ ਭਰਦੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਕਰਦੀਆਂ ਕਾਨੂੰਨੀ, ਉਹਨਾਂ ਨੂੰ ਜ਼ਰੂਰ ਫੜੋ। ਪਰ ਤੁਹਾਡੀ ਇਸ ਸਾਰੀ ਕਾਰਵਾਈ ਦੇ ਵਿੱਚੋਂ ਸਿਆਸਤ ਦੀ ਬੋ ਇਸ ਕਰਕੇ ਆਉਂਦੀ ਆ ਕਿ ਤੁਸੀਂ ਜਿੰਨੀਆਂ ਬੱਸਾਂ ਫੜਦੇ ਹੋ, ਚਾਹੇ ਤੁਸੀਂ ਆਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਉਹਦੀ ਫੜਦੇ ਹੋ, ਚਾਹੇ ਦੀਪ ਬੱਸਾਂ ਫੜਦੇ ਹੋ, ਕੀ ਤੁਸੀਂ ਉਹਨਾਂ ਸਵਾਰੀਆਂ ਬਾਰੇ ਕਦੇ ਸੋਚਿਆ ਜਿਨ੍ਹਾਂ ਦੇ ਤੁਸੀਂ ਇੱਕੋ ਦਮ ਰੂਟ ਬੰਦ ਕਰ ਦਿੰਦੇ ਹੋ? ਉਹ ਸਵਾਰੀਆਂ ਕਿੱਧਰ ਜਾਣਗੀਆਂ? ਤੁਹਾਡੇ ਕੋਲ ਕੋਈ ਆਲਟਰਨੇਟਿਵ ਅਰੇਂਜਮੈਂਟ ਸੀ? ਕੀ ਤੁਸੀਂ ਉੱਥੇ ਪੀਆਰਟੀਸੀ ਦੀਆਂ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਾਈਆਂ? ਤੁਸੀਂ ਆਪਣੀਆਂ ਕਾਰਵਾਈਆਂ ਕਰੋ, ਔਰ ਤੁਸੀਂ ਇੱਕੋ ਦਮ ਹੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੰਦੇ ਹੋ। ਤੁਸੀਂ ਇਹ ਤਾਂ ਦੇਖੋ, ਬਿਲਕੁਲ ਇਹ ਤਾਂ ਕਾਰਵਾਈ ਹਮੇਸ਼ਾ ਤੋਂ ਹੁੰਦੀ ਆ, ਰਹਿਣੀ ਚਾਹੀਦੀ ਆ। ਔਰ ਕੀ ਸਿਰਫ ਬਾਦਲ ਪਰਿਵਾਰ ਦੀਆਂ ਜਾਂ ਉਹਨਾਂ ਨਾਲ ਸੰਬੰਧਿਤ ਵਿਅਕਤੀਆਂ ਦੀ ਬੱਸਾਂ ਜਿਹੜੀਆਂ ਇਹ ਟੈਕਸ ਨਹੀਂ ਭਰਦੀਆਂ? ਸੋ ਇਹਨਾਂ ਕਾਰਵਾਈਆਂ ਕਰਕੇ ਠੀਕ ਹੈ, ਕਿਤੇ ਹੋ ਸਕਦਾ ਕਿ ਰਾਜਾ ਵੜਿੰਗ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਆ, ਉਹਨਾਂ ਦੀ ਬਹੁਤ ਬੱਲੇ ਬੱਲੇ ਹੁੰਦੀ ਹੋਵੇ, ਲੇਕਿਨ ਜੇ ਆਪਾਂ ਕਾਨੂੰਨ ਨੂੰ ਸਾਰਾ ਕੁਝ ਮੱਦੇਨਜ਼ਰ ਦੇਖੀਏ ਤਾਂ ਹਰ ਤਬਕੇ ਦਾ, ਹਰ ਮਾਸ਼ਰੇ ਦਾ ਖਿਆਲ ਰੱਖਣਾ ਜ਼ਰੂਰੀ ਆ। ਇਸੇ ਕਰਕੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਹੋ ਤੇ ਫਿਰ ਕੋਰਟਾਂ ਨੂੰ ਵੀ ਕਹਿਣ ਦਾ ਮੌਕਾ ਮਿਲਦਾ, ਜਾਂ ਤੁਹਾਡੇ ਵਿਰੋਧੀ ਧਿਰਾਂ ਨੂੰ ਵੀ ਕਹਿਣ ਦਾ ਮੌਕਾ ਮਿਲਦਾ ਕਿ ਤੁਸੀਂ ਬਦਲੇ ਦੀ ਰਾਜਨੀਤੀ ਜਿਹੜੀ ਕਰ ਰਹੇ ਹੋ, ਕਮ ਸੇ ਕਮ ਇਹ ਚੀਜ਼ ਨਹੀਂ ਆਉਣੀ ਚਾਹੀਦੀ। ਇਸੇ ਕਰਕੇ ਚਾਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇਖ ਲਓ, ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਂ ਭਾਜਪਾ ਦੀ ਦੇਖ ਲਓ, ਜਿਹੜੀ ਵੀ ਕਦੇ ਇਹਨਾਂ ਨੇ ਬਦਲੇ ਦੀ ਰਾਜਨੀਤੀ ਦੇ ਨਾਲ ਕੋਈ ਗੱਲ ਕੀਤੀ ਆ, ਉਹ ਕੋਰਟਸ ਦੇ ਵਿੱਚ ਜਾ ਕੇ ਫੇਲ ਹੋਈ ਆ, ਕਦੇ ਵੀ ਉਹ ਪੂਰੀ ਨਹੀਂ ਉਤਰੀ। ਸੋ ਇਸ ਕਰਕੇ ਇਹ ਜਿਹੜੇ ਇਹਨਾਂ ਦੇ ਬੱਸਾਂ ਦੇ ਮਾਮਲੇ ਸੀ, ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਜੀ ਰੰਧਾਵਾ ਜੀ। ਬਿਲਕੁਲ, ਉਹ ਕਹਿੰਦੇ ਸਿਆਸੀ ਜੰਗ ਦਾ ਅਖਾੜਾ ਨਾ ਬਣਾਓ। ਸੁਪਰੀਮ ਕੋਰਟ ਤੋਂ ਉਹਨਾਂ ਨੇ ਕੋਈ ਰਾਹਤ ਨਹੀਂ ਦਿੱਤੀ, ਲੇਕਿਨ ਇਹ ਰਾਹਤ ਨਾ ਮਿਲਣ ਦਾ ਇੱਕ ਸਭ ਤੋਂ ਵੱਡਾ ਇਲੈਕਸ਼ਨ ਦੇ ਵਿੱਚ ਇਹ ਬੈਨੀਫਿਟ ਮੈਂ ਕਹੂੰਗਾ ਕਿ ਅਕਾਲੀ ਦਲ ਨੂੰ ਚਲੇ ਗਿਆ। ਜਿਹੜਾ ਉਹ ਦੋਸ਼ ਲਾਉਂਦੇ ਸੀ, ਉਹ ਦਾਅਵੇ ਕਰਨਗੇ ਹੁਣ ਕਿ ਤੁਹਾਨੂੰ ਤਾਂ ਅਪੈਕਸ ਕੋਰਟ ਨੇ ਨਹੀਂ। ਔਰ ਇਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹੈ, ਜਿਹੜੇ ਕੱਲ ਪੁਲਿਸ ਪ੍ਰਮੁੱਖ ਦੀ ਜਿਹੜੀ ਤਬਾਦਲਾ ਹੋਇਆ, ਨਵੇਂ ਪੁਲਿਸ ਪ੍ਰਮੁੱਖ ਲਾਏ ਗਏ, ਉਹਨਾਂ ਨੂੰ ਵੀ ਇਸੇ ਘੇਰੇ ਦੇ ਵਿੱਚ ਲਿਆਂਦਾ ਜਾ ਰਿਹਾ। ਅਖੇ ਤਾਂ ਸਾਡੇ ਖਿਲਾਫ ਕਾਰਵਾਈ ਲਈ ਲਾਏ ਗਏ ਆ। ਪਹਿਲਿਆਂ ਖਿਲਾਫ ਲੱਗਦਾ ਸੀ ਦੋਸ਼, ਹੁਣ ਨਵੇਂ ਖਿਲਾਫ ਲੱਗਣਾ ਸ਼ੁਰੂ ਹੋ ਗਿਆ ਕਿ ਪਹਿਲੇ ਨੇ ਕਾਰਵਾਈ ਤੋਂ ਮਨਾ ਕੀਤਾ, ਇਸ ਕਰਕੇ ਦੂਜਾ। ਹਾਲਾਂਕਿ ਸਭ ਨੂੰ ਪਤਾ ਹੈ ਕਿ ਪੁਲਿਸ ਵਿੱਚ ਅਨੁਸ਼ਾਸਨ ਨੂੰ ਲੈ ਕੇ ਇੱਕ ਰੌਲਾ ਸੀ, ਸ਼ਾਇਦ ਸਰਕਾਰ ਕੋਲ ਕੋਈ ਦੂਜਾ ਰਾਹ ਨਹੀਂ ਸੀ ਬਚਿਆ। ਤੇ ਤੀਜੀ ਗੱਲ ਜਿਹੜੀ ਦਿਲਚਸਪ ਆ ਕਿ ਇੰਜ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਪਾਲੇ ਦੇ ਵਿੱਚ ਗੇਂਦ ਸੁੱਟਣ ਦਾ ਵੀ ਯਤਨ ਆ, ਕਿ ਤੁਸੀਂ ਕਹਿੰਦੇ ਸੀ ਕਿ ਏਜੀ ਆਹ ਨਹੀਂ ਲਾਇਆ ਤੇ ਆਹ ਲਾਉਣਾ ਸੀ ਤੇ ਇਸ ਕਰਕੇ ਕੇਸ ਖਰਾਬ ਹੁੰਦੇ। ਹੁਣ ਤੁਹਾਡਾ ਏਜੀ ਆ ਤੇ ਸੁਪਰੀਮ ਕੋਰਟ ਨੇ ਤੁਹਾਡੇ ਏਜੀ ਦੀ ਗੱਲ ਵੀ ਨਹੀਂ ਸੁਣੀ, ਤੇ ਦੂਜੇ ਬੰਨੇ ਹੁਣ ਤੁਹਾਡਾ ਡੀਜੀਪੀ ਆ, ਜਿਹੜੀ ਕਾਰਵਾਈ ਕਰਨੀ ਕਰ ਲਓ, ਜੇ ਨਾ ਕਾਰਵਾਈ ਹੋਈ ਤਾਂ ਖਮਿਆਜ਼ਾ ਸਿੱਧੂ ਭੁਗਤਣ। ਇਹ ਨਵੀਂ ਤਰ੍ਹਾਂ ਦੀ ਇੱਕ ਰਾਜਨੀਤੀ ਆ ਜਿਹੜੀ ਇਹਨਾਂ ਦਿਨਾਂ 'ਚ, ਜਿਹਨੂੰ ਆਂਦੇ ਮਹੀਨੇ 'ਚ ਸਿਰੇ ਚਾੜਨਾ। ਹੁਣ ਇਹਦੇ ਵਿੱਚ ਕੁਝ ਕਾਨੂੰਨੀ ਪ੍ਰਾਵਧਾਨ ਵੀ ਹੋਣਗੇ, ਇਹਦੇ ਵਿੱਚ ਆਪਸੀ ਸਹਿਚਾਰ ਵੀ ਹੋਊਗਾ ਕਿ ਤੁਸੀਂ ਪੁਲਿਸ ਦੀ ਸਰਗਰਮੀ ਕਿਵੇਂ ਵਧਾਉਣੀ ਆ, ਤੁਸੀਂ ਕਿਵੇਂ ਸਿਆਸੀ ਬਦਲਾਖੋਰੀ ਤੋਂ ਬਚਣਾ ਹੈ। ਇਹ ਲੱਗਦਾ ਸਾਫ਼ ਲਫ਼ਜ਼ਾਂ ਦੇ ਵਿੱਚ, ਜੇ ਤੁਸੀਂ ਕਾਹਲੀ 'ਚ ਕਾਰਵਾਈ ਕਰਦੇ ਹੋ। ਕੱਲ ਸਾਰਾ ਦਿਨ ਇੱਕ ਅਨਸੋ ਫਿਰਦੀ ਰਹੀ ਆਖੇ ਜੀ ਦਿਨ 'ਚ ਕੋਈ ਕਾਰਵਾਈ ਹੋਣੀ। ਉਧਰ ਡੀਜੀਪੀ ਸਾਹਿਬ ਅਜੇ ਹਲਫ ਲੈ ਰਹੇ ਸੀਗੇ, ਆਪਣਾ ਦਫ਼ਤਰ ਸਾਂਭ ਰਹੇ ਸੀ, ਉਸ ਤੋਂ ਬਾਅਦ ਉਹਨਾਂ 2-4 ਮੀਟਿੰਗਾਂ ਕਰਨੀਆਂ ਸੀ, ਲੇਕਿਨ ਸਾਰਾ ਦਿਨ ਪੰਜਾਬ 'ਚ ਰੌਲਾ ਪੈਂਦਾ ਰਿਹਾ ਕਿ ਕੋਈ ਕਾਰਵਾਈ ਹੋ ਰਹੀ ਹੈ। ਸੋ ਮੈਨੂੰ ਇਹ ਜ਼ਰੂਰ ਦੱਸਿਓ ਕਿ ਸਿੱਧੂ ਨੂੰ ਵੀ ਫਸਾ ਲਿਆ ਗਿਆ ਅਸਿੱਧੇ ਤੌਰ ਤੇ, ਸਿੱਧੂ ਉੱਤੇ ਜ਼ਿੰਮੇਵਾਰੀ ਫਿਕਸ ਹੋ ਗਈ ਆ
ਸਹੁੰ ਚੁੱਕੇ ਬਿਨਾਂ। ਜੀ, ਦੋ ਤਿੰਨ ਪਹਿਲੂ ਨੇ ਇਹਦੇ। ਇੱਕ ਜੀ ਤਾਂ ਲੈ ਲਓ ਵਿਰੋਧੀ ਪਾਰਟੀਆਂ ਦਾ। ਜੀ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹ ਗੱਲ ਕਰ ਰਹੀ ਆ ਕਿ ਕੁਝ ਅਫਸਰਾਂ ਦੇ ਤਬਾਦਲੇ ਹੋ ਰਹੇ ਆ, ਕੁਝ ਅਫਸਰਾਂ ਨੂੰ ਖਾਸ ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ, ਤਾਂ ਕਿ ਸਾਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ। ਸਾਨੂੰ ਮਤਲਬ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਇਹ ਜੀ ਲਗਾਤਾਰ ਉਹ ਪ੍ਰੈਸ ਕਾਨਫਰੰਸਿਸ ਰਾਹੀਂ ਕਹਿ ਰਹੇ ਆ। ਇਸੇ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆ, ਜਿਹੜੇ ਨਵੇਂ ਡੀਜੀਪੀ ਸਿਧਾਰਥ ਚੱਟੋਪਾਧਿਆਏ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ, ਐਡੀਸ਼ਨਲ ਚਾਰਜ ਉਹਨਾਂ ਨੂੰ ਦਿੱਤਾ, ਹਜੇ ਹੂੰ ਪੱਕੇ ਤੌਰ ਤੇ ਨਹੀਂ ਆ। ਇਹ ਇੱਕ ਤਰ੍ਹਾਂ ਦਾ ਸੁਨੇਹਾ ਕਾਂਗਰਸ ਦੇ ਵਿੱਚ ਵੀ ਗਿਆ ਕਿ ਠੀਕ ਹੈ, ਹੁਣ ਤੁਹਾਡੇ ਏਜੀ ਹੈ ਜਿਹੜੇ ਉਹ ਵੀ ਲਗਾ ਦਿੱਤੇ ਗਏ ਆ ਤੇ ਤੁਹਾਡੇ ਡੀਜੀ ਵੀ ਲਾ ਦਿੱਤੇ ਗਏ ਆ, ਤੇ ਹੁਣ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਬਹਾਨਾ ਨਹੀਂ ਆ। ਰੰਧਾਵਾ ਜੀ, ਇੱਕ ਚੀਜ਼ ਥੋੜੀ ਜਿਹੀ ਦੇਖੋ, ਹੂੰ ਕਦੋਂ ਲਗਾਏ ਗਏ ਨੇ, ਕਿੰਨੀ ਕਵਾਇਦ ਤੋਂ ਬਾਅਦ, ਕਿੰਨੀਆਂ ਕੋਸ਼ਿਸ਼ਾਂ ਦੇ ਬਾਅਦ। ਵੈਸੇ ਇੱਕ ਚੀਜ਼ ਤਾਂ ਹੋਊਗੀ, ਇਹ ਨਵਜੋਤ ਸਿੰਘ ਸਿੱਧੂ ਹੋਣਾ ਨਾਲ ਕਿਤੇ ਜ਼ਿਆਦਤੀ ਹੋਏਗੀ ਜੇ ਉਹਨਾਂ ਤੋਂ ਹੁਣੇ ਪੁੱਛਣਾ। ਤੁਸੀਂ ਦੇਖੋ ਕਦੋਂ ਤੋਂ ਉਹ ਲੜ ਰਹੇ ਆ। ਪਹਿਲੀ ਗੱਲ ਤਾਂ ਇਕੱਲੇ ਨਵਜੋਤ ਸਿੰਘ ਸਿੱਧੂ ਨੂੰ, ਮੈਨੂੰ ਲੱਗਦਾ ਸਾਰੀ ਕਾਂਗਰਸ ਪਾਰਟੀ ਔਰ ਉਹ ਸਾਰੇ ਅਹੁਦੇਦਾਰ, ਉਹ ਹੂੰ ਸਾਰੇ ਮੁੱਖ ਮੰਤਰੀ, ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਣ, ਨਵਜੋਤ ਸਿੰਘ ਸਿੱਧੂ ਜੇ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ, ਇਹ ਸਾਰੇ ਹੀ ਘੇਰੇ ਸਵਾਲਾਂ ਦੇ ਘੇਰੇ ਚ ਆਉਂਦੇ ਆ ਕਿ ਕੀ ਤੁਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਸੀ, ਆਪਸ ਦੇ ਵਿੱਚ ਬੈਠ ਕੇ ਜੇ ਤੁਸੀਂ ਸਲਾਹ ਮਸ਼ਵਰਾ ਕਰਦੇ, ਕਿਸੇ ਦੀ ਕਾਨੂੰਨੀ ਰਾਏ ਲੈਂਦੇ ਤੇ ਫੇਰ ਸੋਚਦੇ ਅਸੀਂ ਕਿਹਨਾਂ ਨੂੰ ਲਾਉਣਾ ਕਿਹਨਾਂ ਨੂੰ ਨਹੀਂ ਲਾਉਣਾ, ਤੇ ਸ਼ਾਇਦ ਤੁਹਾਡੇ ਕੋਲ ਸਮਾਂ ਸੀ, ਤੁਸੀਂ ਬਣਦੇ ਸਮੇਂ ਵਿੱਚ, ਉਹਨੇ ਸਮੇਂ ਵਿੱਚ ਕੋਈ ਚੰਗੇ ਫੈਸਲੇ ਲੈ ਸਕਦੇ, ਪਰ ਤੁਸੀਂ ਉਹ ਕੀਤਾ ਨਹੀਂ ਜੀ। ਪਰ ਸਰ ਤੁਸੀਂ ਭੁੱਲ ਜਾਂਦੇ ਹੋ, ਉਹ ਜਿਨ੍ਹਾਂ ਦਿਨਾਂ 'ਚ ਰਲ ਕੇ ਬਹਿਣਾ ਸੀ, ਉਹਨਾਂ ਦਿਨਾਂ ਦੇ ਵਿੱਚ ਤਾਂ ਯੁੱਧ ਲੱਗਿਆ ਰਿਹਾ। ਮੈਨੂੰ ਕੁਰਸੀ ਮਿਲ ਜੇ ਜਾਂ ਕਿਹਨੂੰ ਮਿਲ ਜੇ, ਉਹ ਜਿਹੜੀ ਬਣੀ ਹੋਈ ਕੰਪੇਨ ਸੀ ਨਾ, ਇਕੱਠਿਆਂ ਕਹਿੰਦੇ ਸੀ ਅੱਛੇ, ਮਤਲਬ ਢਾਉਣਾ, ਵੱਡਾ ਬੰਦਾ ਢਾਉਣਾ, ਉਦੋਂ ਇਕੱਠੇ ਹੋ ਗਏ। ਲੇਕਿਨ ਜਦੋਂ ਉਹਨੂੰ ਢਾ ਲਿਆ, ਉਸ ਤੋਂ ਬਾਅਦ ਮੈਂ ਤੋਂ ਮੈਂ ਤੱਕ ਦੀ ਏਡੀ ਲੜਾਈ ਹੋਈ ਕਿ ਮੇਰਾ ਨਹੀਂ ਖਿਆਲ ਵੀ ਹੁਣ ਸੁਖਜਿੰਦਰ ਰੰਧਾਵਾ ਤੇ ਕਦੇ ਸਿੱਧੂ ਦੀ ਅੱਖ ਵੀ ਮਿਲੀ ਹੋਵੇ, ਕਦੇ ਇਹਨਾਂ ਨੇ ਹੱਥ ਵੀ ਚੱਜ ਨਾਲ ਮਿਲਾਏ ਹੋਣ, ਕਦੇ ਜੱਫੀ ਪਾਈ ਹੋਵੇ, ਕਦੇ ਵੱਡਾ ਭਰਾ ਛੋਟਾ ਭਰਾ ਹੁੰਦੇ ਸੀ। ਚੰਨੀ ਤੇ ਸਿੱਧੂ ਐ ਲੱਗਦੇ ਸੀ ਜਿੱਦਾਂ ਇੱਕ ਜਾਨ ਤੇ ਦੋ ਸਰੀਰ ਹੋਣ। ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਐਸੀ ਮੀਟਿੰਗ ਹੈ ਜਿਸ 'ਚ ਦੋਵੇਂ ਇੱਕ ਦੂਜੇ ਵੱਲ ਟੇਢਾ ਨਾ ਤੱਕਦੇ ਹੋਣ। ਤੇ ਮੈਨੂੰ ਇਹ ਵੀ ਸਮਝਾਓ ਕਿ ਮਾਝਾ ਬ੍ਰਿਗੇਡ ਵੀ ਆਪਸ ਵਿੱਚ ਠੀਕ ਹੈ ਕਿ ਨਹੀਂ ਠੀਕ, ਕਿਸੇ ਨੂੰ ਕੋਈ ਪਤਾ ਨਹੀਂ। ਜਾਖੜ ਸਾਹਿਬ ਵੀ ਇਹਨਾਂ ਨਾਲ ਮੀਟਿੰਗਾਂ 'ਚ ਸ਼ਾਮਲ ਸੀ, ਬਾਜਵਾ ਵੀ ਸ਼ੁਰੂਆਤ ਸ਼ਾਮਲ ਸੀ। ਹੁਣ ਸਾਰੇ ਹੀ ਇੱਕ ਦੂਜੇ ਵੱਲ ਪਿੱਠ ਹੀ ਨਹੀਂ ਕੀਤੀ ਹੋਈ, ਦੁਸ਼ਮਣ ਬਣੇ ਲੱਗਦੇ ਆ। ਤੇ ਤੁਸੀਂ ਕਹਿੰਦੇ ਹੋ ਸਰ ਕਿ ਇਹ ਰਲ ਕੇ ਫੈਸਲਾ ਕਰਦੇ। ਫੈਸਲਾ ਤਾਂ ਹੁਣ ਲੋਕ ਕਰਨਗੇ। ਇਹ ਤੇ ਟਿੱਪਣੀ ਜ਼ਰੂਰ ਦਿਓ ਕਿ ਇਸ ਕਵਾਇਦ ਨੇ ਅਜੇ ਹੋਰ ਵਿਸਥਾਰ ਲੈਣਾ, ਅਜੇ ਤੇ ਇਹ ਲੜਾਈ ਮੈਂ ਤੋਂ ਮੈਂ ਤੱਕ ਦੀ ਚੱਲਣੀ ਆ। ਮੈਨੂੰ ਤੇ ਲੱਗਦਾ ਇਸੇ ਇਲੈਕਸ਼ਨ 'ਚ ਇੱਕ ਦੂਜੇ ਦੇ ਨੰਗ ਨੰਗੇ ਨਾ ਕਰਦੇ ਨੇ ਸਾਰੇ। ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਹੁਣੇ ਨਵਜੋਤ ਸਿੰਘ ਸਿੱਧੂ ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿ ਮੈਂ ਤੇ ਚੰਨੀ ਤਾਂ ਬਲਦਾਂ ਦੀ ਜੋੜੀ ਆ। ਬੜੀ ਵਾਰੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ, ਕਦੇ ਉਹ ਫਿਰ ਅਗਲੇ ਦਿਨ ਕੋਈ ਹੋਰ ਪਲਟੀ ਮਾਰ ਲੈਂਦੇ ਆ। ਕਹਿਣ ਦਾ ਮਤਲਬ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਜਦੋਂ ਮੌਕਾ ਸੀ ਰਲ ਕੇ ਬੈਠਣ ਦਾ, ਉਦੋਂ ਆਪਾਂ ਬੈਠੇ ਨਹੀਂ, ਹਜੇ ਵੀ ਨਹੀਂ ਬਹਿੰਦੇ। ਇਹ ਗੱਲ ਤਾਂ ਇਹੀ ਆ, ਇਹਨਾਂ ਨੂੰ ਸ਼ਾਇਦ ਇਹ ਲੱਗਦਾ, ਹਰ ਕੋਈ ਇੰਨਾ ਕੁ ਜ਼ਿਆਦਾ ਹਉਮੈ ਦਾ ਭਰਿਆ ਹੋਇਆ, ਹਰ ਕਿਸੇ ਨੂੰ ਲੱਗਦਾ ਕਿ ਮੇਰੇ ਕੋਲੇ ਫਲਾਣਾ ਵੋਟ ਬੈਂਕ ਆ, ਮੇਰੇ ਕੋਲ ਆਹ ਭਾਈਚਾਰਾ, ਮੇਰੇ ਕੋਲ ਆਹ ਮਾਸ਼ਰਾ, ਜੇ ਮੈਂ ਨਾ ਰਹੂੰਗਾ ਤਾਂ ਸ਼ਾਇਦ ਇਹਨਾਂ ਦੀ ਵੋਟ ਨਹੀਂ ਪਊਗੀ ਜਾਂ ਉਹਨਾਂ ਦੀ। ਜਦੋਂ ਉਹਨਾਂ ਦੀ ਗੱਲ ਹੋਣ ਲੱਗ ਜਾਂਦੀ ਹੈ, ਰੰਧਾਵਾ ਜੀ, ਇਹ ਗੱਲ ਸਮਝਣ ਦੀ ਬਹੁਤ ਲੋੜ ਆ। ਹਰ ਕਿਸੇ ਨੂੰ ਲੱਗਦਾ ਕਿ ਜੇ ਮੈਂ ਪਿੱਛੇ ਬਹਿ ਗਿਆ ਤਾਂ ਮੈਨੂੰ ਆ ਕੇ ਮਨਾਉਣ। ਇਹੀ ਕਾਰਨ ਆ, ਕਈ ਵਾਰੀ ਅਸੀਂ ਸਿਆਸਤਦਾਨਾਂ ਨੂੰ ਬਹੁਤ ਸਮਝਦਾਰ ਮੰਨਦੇ ਆ, ਲੇਕਿਨ ਮੈਨੂੰ ਲੱਗਦਾ ਇਹਨਾਂ 'ਚ ਸਮਝ ਬੂਝ ਦੀ ਘਾਟ ਬਹੁਤ ਹੁੰਦੀ ਆ। ਇਹ ਠੀਕ ਆ, ਜਦੋਂ ਇਹਨਾਂ ਦੀਆਂ ਗੋਟੀਆਂ ਸਹੀ ਇਹ ਖੇਡਦੇ ਆ, ਗੋਟੀਆਂ ਸਹੀ ਪੈਂਦੀਆਂ ਤੇ ਇਹਨਾਂ ਦੀ ਪੌਂ-ਬਾਰਾਂ ਹੁੰਦੀ ਆ। ਲੇਕਿਨ ਜਦੋਂ ਇਹਨਾਂ ਦੀਆਂ ਚੱਲਦੀਆਂ ਨਹੀਂ ਤੇ ਫੇਰ ਲੱਗਦਾ, ਕਈ ਵਾਰੀ ਤੁਸੀਂ ਦੇਖਦੇ ਜਿਹੜੇ ਘਰੇ ਬੈਠੇ ਸਿਆਸਤਦਾਨ ਹੁੰਦੇ ਆ, ਤੁਹਾਨੂੰ ਲੱਗਦਾ ਕਿ ਇਹ ਕਦੇ ਇੰਨੇ ਵੱਡੇ ਅਹੁਦਿਆਂ ਤੇ ਰਹੇ ਹੋਣਗੇ। ਇਹੀ ਕਾਰਨ ਮੈਂ ਕਈ ਵਾਰੀ ਬਿਊਰੋਕਰੇਟਸ ਦਾ ਵੀ ਸਮਝਦਾ, ਜਿਹੜੇ ਬੜੇ ਵੱਡੇ ਆਈਏਐਸ ਆਫੀਸਰ ਵਧੀਆ ਅਹੁਦਿਆਂ ਤੇ ਰਹਿੰਦੇ ਆ, ਜਦੋਂ ਆਮ ਜ਼ਿੰਦਗੀ 'ਚ ਜਾ ਕੇ ਇਹਨਾਂ ਨਾਲ ਗੱਲਬਾਤ ਕਰੋ ਤੇ ਇਹਨਾਂ ਦੀ ਸਮਝ ਬੂਝ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਸਵਾਲ ਜਿਹੜੇ ਖੜੇ ਹੁੰਦੇ ਆ। ਸੋ ਤਦੇ ਤਾਂ ਕਹਿੰਦੇ ਆ, ਇੱਕ ਸਟੇਟਸਮੈਨ ਹੋਣਾ ਤੇ ਇੱਕ ਆਮ ਸਿਆਸਤਦਾਨ ਹੋਣਾ, ਇਹਦੇ ਵਿੱਚ ਬਹੁਤ ਅੰਤਰ ਆ। ਸਾਡੇ ਲੋਕਾਂ ਦੀ ਕੋਸ਼ਿਸ਼ ਇਹ ਨਹੀਂ ਰਹਿੰਦੀ ਕਿ ਵੱਡਾ ਸੋਚਣ, ਹਰ ਭਾਈਚਾਰੇ ਦਾ ਸੋਚਣ, ਹਰ ਮਾਸ਼ਰੇ ਦਾ ਸੋਚਣ। ਜਿੱਦਣ ਇਹ ਲੋਕ ਇਹ ਕਰਨ ਲੱਗ ਜਾਣਗੇ ਤੇ ਲੋਕ ਵੀ ਇਹਨਾਂ ਨੂੰ ਸਿਰਾਂ ਤੇ ਚੱਕ ਲੈਣਗੇ। ਗੱਲ ਦਰਅਸਲ ਇਹ ਆ ਕਿ ਹਰ ਕਿਸੇ ਨੂੰ ਇੱਕ ਛੋਟੇ ਜਿਹੇ ਗਰੁੱਪ ਦੀ, ਇੱਕ ਛੋਟੇ ਜਿਹੇ ਭਾਈਚਾਰੇ ਦੀ ਤਾਂ ਫਿਕਰ ਆ। ਜੇ ਪੰਜਾਬ ਦੀ ਫਿਕਰ ਕਰਨ ਲੱਗ ਜਾਣ ਤਾਂ ਮੈਨੂੰ ਲੱਗਦਾ ਸਾਡਾ ਪੰਜਾਬ ਵਾਕਿਆ, ਔਰ ਇਹ ਹਰ ਇੱਕ ਪਾਰਟੀ ਦੇ ਅੰਦਰੋਂ ਇਹ ਆਵਾਜ਼ ਆਉਣੀ ਚਾਹੀਦੀ ਆ। ਬਹੁਤ ਸਾਰੇ ਸਾਡੇ ਸਿਆਸਤਦਾਨ ਇਸੇ ਕਰਕੇ ਘਰੇ ਵੀ ਬਹਿ ਗਏ ਆ, ਕਿਉਂਕਿ ਉਹਨਾਂ ਦੀ ਚੱਲਣ ਨਹੀਂ ਦਿੰਦੇ। ਲੇਕਿਨ ਹਾਂ, ਇਹ ਗੱਲ ਤੁਹਾਡੀ ਠੀਕ ਆ ਕਿ ਸਮਾਂ ਬਹੁਤ ਥੋੜਾ ਰਹਿ ਗਿਆ।
ਇਹਨਾਂ ਤੇ ਸਵਾਲ ਖੜੇ ਹੋਣਗੇ ਔਰ ਲੋਕਾਂ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਸਾਰੇ ਇਹ ਜਵਾਬ ਦੇਣੇ ਪੈਣਗੇ। ਜੀ ਰੰਧਾਵਾ ਜੀ। ਮੈਨੂੰ ਯਾਦ ਹੈ ਫਿਰੋਜ਼ਪੁਰ ਡਿਵੀਜ਼ਨ ਦੇ ਸਾਬਕਾ ਕਮਿਸ਼ਨਰ ਸਰਦਾਰ ਕੁਲਬੀਰ ਸਿੰਘ ਸਿੱਧੂ, ਜਿਹੜੇ ਹੁਣ ਰਿਟਾਇਰਡ ਨੇ ਆਈਐਸ, ਉਹ ਮੈਨੂੰ ਇੱਕ ਵਾਰੀ ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਗੱਲ ਬੜੀ ਸੋਹਣੀ ਬਿਊਰੋਕਰੇਟਸ ਦੀ ਛੇੜੀ ਹੈ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅਕਸਰ ਸਾਡੇ ਜ਼ਿਲ੍ਹਿਆਂ ਦੇ ਮੁਖੀ ਜਿਹੜੇ ਡੀਸੀਜ਼ ਨੇ ਜਾਂ ਵੱਡੇ ਅਫਸਰ, ਉਹ ਬਹੁਤਾ ਮਿਲਦੇ ਮੁਲਦੇ ਕਿਉਂ ਨਹੀਂ ਲੋਕਾਂ ਨੂੰ? ਉਹ ਕਹਿੰਦਾ ਤੁਸੀਂ ਸਾਨੂੰ ਨੰਗੇ ਕਰਨਾ ਚਾਹੁੰਦੇ ਹੋ, ਜੇ ਅਸੀਂ ਮਿਲਣ ਨਹੀਂ ਲੱਗ ਗਏ ਤੇ ਫਿਰ ਜਿਹੜਾ ਸਾਡਾ ਔਰਾ ਬਣਿਆ ਵੀ ਇਹ ਤਾਂ ਬੜੀ ਪਹੁੰਚੀਆਂ ਹੋਈਆਂ ਹਸਤੀਆਂ, ਤੇ ਉਹ ਕਿੱਥੇ ਜਾਊ? ਆਪਾਂ ਭਾਈ ਦੂਰੀ ਬਣਾ ਕੇ ਰੱਖਦੇ ਆ ਤਾਂ ਕਿ ਭਰਮ ਬਣੇ ਰਹਿਣ ਕਿ ਇਹ ਬਹੁਤ ਵੱਡੇ ਤੇ ਸਿਆਣੇ ਆ। ਖੈਰ ਆਪਾਂ ਉੱਤੇ ਨਹੀਂ ਜਾਂਦੇ। ਜਿਹੜੀ ਗੱਲ ਹੁਣ ਘੇਰਾਬੰਦੀ ਦੀ ਆ ਰਹੀ ਹੈ, ਇਹ ਦੋ ਤਰ੍ਹਾਂ ਦੀ ਹੈ। ਦੇਖੋ, ਨਸ਼ੇ ਵਾਲਾ ਮਾਮਲਾ ਤਾਂ ਬਹੁਤ ਸਰਗਰਮੀ ਨਾਲ ਐਡਰੈਸ ਹੋ ਰਿਹਾ, ਉਹਦਾ ਨਤੀਜਾ ਕੀ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ। ਪਰ ਬੇਅਦਬੀ ਵਾਲਾ ਮਾਮਲਾ ਜਿਹੜਾ ਕੋਰਟਾਂ 'ਚ ਕਹਿ ਕੇ ਖਹਿੜਾ ਛੁਡਾਇਆ ਜਾ ਰਿਹਾ ਸੀ, ਮੈਨੂੰ ਲੱਗਦਾ ਉਹ ਸੜਕ ਤੇ ਆ ਗਿਆ। ਸਰਕਾਰ ਨੇ ਕੋਰਟ ਦੇ ਵਿੱਚ ਇਹ ਕਹਿ ਕੇ ਕਿ ਡੇਰਾ ਸਿਰਸਾ ਦੇ ਵਿੱਚ ਸਾਜ਼ਿਸ਼ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਪ੍ਰਬੰਧਕੀ ਬਲਾਕ ਦਾ ਜ਼ਿਕਰ ਹੋਇਆ, ਲੇਕਿਨ ਨਾਲ ਦੀ ਨਾਲ ਹੀ ਸੁਖਰਾਜ ਸਿੰਘ ਨੇ ਜਿਹੜਾ ਧਰਨਾ ਸ਼ੁਰੂ ਕੀਤਾ ਸੀ ਉਹ ਵਿਸਥਾਰ ਲੈ ਗਿਆ। ਉੱਥੇ ਜਥੇਬੰਦੀਆਂ ਆਉਣੀਆਂ ਸ਼ੁਰੂ ਹੋ ਗਈਆਂ। ਰਾਤ ਨੂੰ ਵੀ ਉੱਥੇ ਤੁਸੀਂ ਦੇਖੋ ਮਾਹੌਲ ਬਣਿਆ ਹੋਇਆ ਸੀ, ਲੋਕਾਂ ਦੀਆਂ ਭਾਵਨਾਵਾਂ ਉਧਰ ਨੂੰ ਤੁਰ ਰਹੀਆਂ ਨੇ। ਇਹ ਘੇਰਾਬੰਦੀ ਬੜੀ ਅਹਿਮ ਆ, ਤੇ ਇੱਕ ਘੇਰਾਬੰਦੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਸ਼ੁਰੂ ਹੋਈ ਆ। ਉਗਰਾਹਾਂ ਨੂੰ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਸੰਗਠਿਤ ਜਥੇਬੰਦੀ ਆ, ਉਹ ਕਹਿੰਦੇ ਡੀਸੀ ਦਫ਼ਤਰਾਂ ਦੇ ਬਾਹਰ ਪੱਕੇ ਧਰਨੇ 4 ਦਿਨ ਲਾਵਾਂਗੇ, ਸਾਡੀਆਂ ਮੰਗਾਂ ਸਰਕਾਰ ਵੱਲ ਅਜੇ ਬਕਾਇਆ ਨੇ। ਮੈਨੂੰ ਲੱਗਦਾ ਇੱਕ ਵਾਰੀ ਫਿਰ ਸਰਕਾਰ ਨੂੰ ਹੱਥ ਜੋੜ ਕੇ ਅੱਗੇ ਵਧਣਾ ਪੈਣਾ। ਮੈਨੂੰ ਇਹਨਾਂ ਦੋਨਾਂ ਮਾਮਲਿਆਂ ਤੇ ਟਿੱਪਣੀ ਦਿਓ, ਕਿਉਂਕਿ ਗੱਲ ਘੇਰਾਬੰਦੀ ਦੀ ਹੋ ਰਹੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ, ਔਰ ਇਹ ਘੇਰਾਬੰਦੀ ਰੰਧਾਵਾ ਜੀ ਤੁਹਾਡੀ ਬਿਲਕੁਲ ਤੁਸੀਂ ਦਰੁਸਤ ਕਹਿੰਦੇ ਹੋ, ਇਹ ਆਉਣ ਵਾਲੇ ਦਿਨਾਂ 'ਚ ਹੋਰ ਵਧੂਗੀ, ਕਿਉਂਕਿ ਜਿਉਂ-ਜਿਉਂ ਸਿਆਸੀ ਮਾਹੌਲ ਗਰਮ ਹੋਏਗਾ, ਜਿਸ ਤਰ੍ਹਾਂ ਇਸ ਸਰਕਾਰ ਦੇ ਦਿਨ ਨੇੜੇ ਆਉਣਗੇ ਔਰ ਨਵੀਆਂ ਚੋਣਾਂ ਦਾ ਐਲਾਨ ਹੋਊਗਾ, ਉਸ ਦੌਰਾਨ ਇਹ ਘੇਰਾਬੰਦੀ ਵਧਣ ਦੀ ਪੂਰੀ ਸੰਭਾਵਨਾ। ਗੱਲ ਦਰਅਸਲ ਇਹ 'ਚ ਹੈ, ਇਹ ਜਿਹੜੇ ਸੁਖਰਾਜ ਸਿੰਘ ਨੇ, ਕ੍ਰਿਸ਼ਨ ਭਗਵਾਨ ਸਿੰਘ ਦੇ ਮੁੰਡੇ, ਮੈਂ ਪਹਿਲਾਂ ਵੀ ਦੱਸਿਆ ਸੀ, ਇਹ ਬਹੁਤ ਵਾਰੀ ਪਹਿਲਾਂ ਵੀ ਧਰਨਿਆਂ ਤੇ ਬਹਿ ਚੁੱਕਿਆ, ਲੇਕਿਨ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਸਰਕਾਰ ਵੱਲੋਂ ਨਹੀਂ ਮਿਲਿਆ। ਸਰਕਾਰ ਕੋਲੇ ਹੁਣ ਸਮਾਂ ਨਹੀਂ ਆ, ਇਸ ਕਰਕੇ ਸਰਕਾਰ ਪਹਿਲਾਂ ਤਾਂ ਬਹੁਤ ਸਾਰੇ ਬਹਾਨੇ ਲਾਉਂਦੇ ਰਹੇ। ਕਦੇ ਕੋਰਟਾਂ ਦੇ ਬਹਾਨੇ ਲਾ ਦਿੰਦੇ ਆ, ਕਦੇ ਜਾਂਚਾਂ ਦਾ ਬਹਾਨੇ ਲਾ ਦਿੰਦੇ ਆ, ਕਦੇ ਕਹਿੰਦੇ ਆ ਕਿ ਸਾਡੇ ਕੋਲ ਕਾਨੂੰਨੀ ਹਜੇ ਪ੍ਰਕਿਰਿਆ ਲੈਣੀ ਆ। ਅੱਜ ਵੀ ਸੁਖਜਿੰਦਰ ਸਿੰਘ ਰੰਧਾਵਾ ਦੀ ਉਹ ਜਿਹੜੀ 3 ਮੈਂਬਰੀ ਹਾਈ ਪਾਵਰ ਕਮੇਟੀ ਸੀ, ਉਹਦੀ ਸਾਨੂੰ ਨਹੀਂ ਪਤਾ ਕੀ ਰਿਪੋਰਟ ਆ ਜਾਂ ਆਪਣੇ ਕੋਲੇ ਰੱਖ ਕੇ ਬਹਿ ਗਏ ਆ, ਜਿਹੜੀ 28 ਨਵੰਬਰ ਨੂੰ ਉਹਨਾਂ ਨੇ। ਸੋ ਕਹਿਣ ਦਾ ਮਤਲਬ, ਇਹਨਾਂ ਸਰਕਾਰਾਂ ਦੇ ਮੰਤਰੀ, ਇਹਨਾਂ ਸਰਕਾਰਾਂ ਦੇ ਅਹੁਦੇਦਾਰ ਲੋਕਾਂ ਨੂੰ ਕੁਝ ਦੱਸਦੇ ਨਹੀਂ। ਜਿੱਥੇ ਤੱਕ ਤੁਸੀਂ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰਦੇ ਹੋ, ਉਹਨਾਂ ਨੇ ਬਿਲਕੁਲ ਇਹ ਤੈਅ ਕਰ ਦਿੱਤਾ ਕਿ 20 ਤਰੀਕ ਤੋਂ, ਯਾਨੀ ਕਿ 20 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਇਹ 5 ਦਿਨ ਅਸੀਂ ਲਗਾਤਾਰ ਡੀਸੀ ਦਫ਼ਤਰ ਘੇਰਾਂਗੇ। ਦੇਖੋ, ਉਹਨਾਂ ਦੀਆਂ ਮੰਗਾਂ ਬਿਲਕੁਲ ਸਪਸ਼ਟ ਨੇ। ਤੁਹਾਨੂੰ ਯਾਦ ਹੋਣਾ ਕਿ ਜਦੋਂ ਗੁਲਾਬੀ ਸੁੰਡੀ ਨੇ ਮਾਰ ਮਾਰੀ ਸੀ ਕਾਟਨ ਬੈਲਟ ਦੇ ਵਿੱਚ, ਮਾਲਵੇ ਦੇ ਵਿੱਚ ਖਾਸ ਤੌਰ ਤੇ, ਉਦੋਂ 12,000 ਦੀ ਇਹਨਾਂ ਨੇ ਮੁਆਵਜ਼ੇ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ, ਲੇਕਿਨ ਬਾਅਦ ਦੇ ਵਿੱਚ ਇਹਨਾਂ ਕਿਸਾਨਾਂ ਦੀ ਮੰਗ ਤੇ ਉਹ 17,000 ਰੁਪਏ ਕਰ ਦਿੱਤਾ ਗਿਆ, ਪਰ ਮਿਲਿਆ ਕਿਸੇ ਨੂੰ ਨਹੀਂ ਉਸ ਖੇਤਰ ਦੇ ਵਿੱਚ। ਸੋ ਇਸ ਕਰਕੇ ਉਹ ਕਹਿੰਦੇ ਪਹਿਲਾਂ ਤਾਂ ਇਹ ਦੋ, 3-3 ਲੱਖ ਰੁਪਇਆ ਉਹਨਾਂ ਸਾਰਿਆਂ ਨੂੰ ਦੋ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਖੁਦਕੁਸ਼ੀ ਕੀਤੀ ਆ। ਔਰ ਇਸੇ ਤਰ੍ਹਾਂ ਚਾਹੇ ਉਹ ਮਜ਼ਦੂਰ ਨੇ ਤੇ ਚਾਹੇ ਉਹ ਕਿਸਾਨ ਨੇ, ਇਸੇ ਤਰ੍ਹਾਂ 5-5 ਲੱਖ ਰੁਪਏ ਦਾ ਐਲਾਨ ਖੁਦ ਪੰਜਾਬ ਸਰਕਾਰ ਨੇ ਉਹਨਾਂ ਸਾਰੇ ਕਿਸਾਨਾਂ ਲਈ ਕੀਤਾ ਸੀ ਜਿਨ੍ਹਾਂ ਦੀ ਇਸ ਦੌਰਾਨ, ਇਸ ਸੰਘਰਸ਼ ਦੌਰਾਨ ਮੌਤ ਹੋਈ ਸੀ। ਉਹ ਕਹਿੰਦੇ ਹਜੇ ਤੱਕ ਤੁਸੀਂ ਕਿਉਂ ਨਹੀਂ ਦਿੱਤਾ? ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ, ਉਹਨਾਂ ਨੂੰ ਨੌਕਰੀਆਂ, ਉਹਨਾਂ ਨੂੰ ਮੁਆਵਜ਼ੇ, ਉਹਨਾਂ ਦੇ ਘਰ, ਇਹ ਸਾਰਾ ਕੁਝ ਲੈ ਕੇ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਜਥੇਬੰਦੀ ਹੈ, ਜਿਹੜੀ ਸਭ ਤੋਂ ਵੱਡੀ ਜਥੇਬੰਦੀ ਮੰਨੀ ਜਾਂਦੀ ਆ, ਉਹ ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਲੱਗਿਆ। ਤੇ ਨਾਲ ਦੀ ਨਾਲ ਜਿਹੜੀ ਪੰਜਾਬ ਵਰਕਰਸ ਯੂਨੀਅਨ ਆ, ਫਾਰਮ ਵਰਕਰਸ ਯੂਨੀਅਨ, ਮਜ਼ਦੂਰ, ਖੇਤ ਮਜ਼ਦੂਰ, ਇਹ ਵੀ ਸਰਕਾਰ ਦਾ, ਉਹ ਤਾਂ ਅੱਜ ਤੋਂ ਹੀ ਘਿਰਾਓ ਸ਼ੁਰੂ ਕਰ ਰਹੇ ਆ। ਬਲਕਿ ਉਹਨਾਂ ਨੇ 17 ਤਰੀਕ ਤੋਂ ਕਰਨਾ ਸੀ ਤੇ ਅੱਜ ਤਾਂ ਉਹਨਾਂ ਨੂੰ ਦੂਸਰਾ ਦਿਨ ਹੋ ਗਿਆ। ਸੋ ਲਗਾਤਾਰ ਇਸ ਘਿਰਾਓ ਨੂੰ ਦੇਖੋ ਰੰਧਾਵਾ ਜੀ, ਇਹ ਆਉਣ ਵਾਲੇ ਦਿਨਾਂ 'ਚ ਵਧਣਗੇ। ਸਰਕਾਰ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ, ਪਰ ਦੁੱਖ ਦੀ ਗੱਲ ਆ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਇਸ ਨਾਲ ਨਜਿੱਠਣਾ ਕਿਸ ਤਰ੍ਹਾਂ। ਸ਼ੁਰੂ ਦੇ ਵਿੱਚ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ, ਜੋ ਚਰਨਜੀਤ ਸਿੰਘ ਚੰਨੀ ਹੋਣਾ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ, ਸਾਨੂੰ ਲੱਗਦਾ ਸੀ ਕਿ ਸ਼ਾਇਦ ਬਹੁਤ ਵਧੀਆ ਸਦਭਾਵਨਾ ਦਾ ਇੱਕ ਮਾਹੌਲ ਬਣੂਗਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ। ਪਰ ਮੈਨੂੰ ਲੱਗਦਾ ਰਾਜਨੀਤੀ ਦੇ ਵਿੱਚ ਆ ਕੇ, ਜੋ ਰਾਜਨੀਤੀ ਸਾਨੂੰ ਬਾਹਰੋਂ ਲੱਗਦੀ ਹੈ, ਅਸੀਂ ਵੀ ਕਈ ਵਾਰੀ ਸੋਚਦੇ ਆ ਕਿ ਸ਼ਾਇਦ ਅਸੀਂ ਇਹਨਾਂ ਅਹੁਦਿਆਂ ਤੇ ਬਹਿ ਕੇ ਜ਼ਿਆਦਾ ਇਨਸਾਫ ਕਰ ਪਾਈਏ, ਲੇਕਿਨ ਜਦੋਂ ਮੈਨੂੰ ਲੱਗਦਾ ਇਹ ਲੋਕ ਜਾਂਦੇ ਨੇ ਉੱਥੇ, ਉਲਝ ਕੇ ਰਹਿ ਜਾਂਦੇ ਆ। ਜਿਹੜੇ ਹਿੱਤ ਹੁੰਦੇ ਨੇ ਉਹ ਬਹੁਤ ਛੋਟੇ ਹੋ ਜਾਂਦੇ ਆ, ਤੇ ਫਿਰ ਇਹ ਲੱਗਣ ਲੱਗ ਜਾਂਦਾ ਅਸੀਂ ਮੁੱਖ ਮੰਤਰੀ ਬਣਾਂਗੇ,
ਅਸੀਂ ਮੰਤਰੀ ਬਣਾਂਗੇ, ਕੀ ਸਾਡਾ ਵਜੂਦ ਰਹੂਗਾ, ਇਹ ਆਪਣੇ ਵਜੂਦਾਂ ਦੇ ਵਿੱਚ ਗਵਾਚ ਕੇ ਰਹਿ ਜਾਂਦੇ ਆ, ਆਮ ਲੋਕਾਂ ਬਾਰੇ ਭੁੱਲ ਜਾਂਦੇ ਆ। ਲੇਕਿਨ ਇੰਨੀ ਜਲਦੀ ਇਹਨਾਂ ਦੀ ਜਾਨ ਕੜਕੀ ਚੋਂ ਨਿਕਲਣੀ ਨਹੀਂ। ਬਹੁਤ ਸਾਰੇ ਗਰੁੱਪ ਤਿਆਰ ਹੋ ਰਹੇ ਆ ਤੇ ਵਿਰੋਧੀ ਪਾਰਟੀਆਂ ਵੀ ਤਿਆਰ ਹੋ ਰਹੀਆਂ, ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਇਹ ਸਵਾਲ ਬਹੁਤ ਵੱਡਾ ਕਿ ਇਹਨਾਂ ਦਿਨਾਂ ਦੇ ਵਿੱਚ ਅਫਸਰਸ਼ਾਹੀ ਕਿਵੇਂ ਰਿਐਕਟ ਕਰਦੀ ਹੈ। ਇਹਨੂੰ ਮਨੋਵਿਗਿਆਨਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਕਈ ਵਾਰੀ ਪਰਖਿਆ ਗਿਆ ਕਿ ਪੋਲੀਟੀਕਲ ਚੇਂਜ ਦੌਰਾਨ ਜਾਂ ਹੋਣ ਵਾਲੀ ਰੌਲੇ ਰੱਪੇ ਦੌਰਾਨ ਲੋਕ ਕਿਹੋ ਜਿਹਾ ਵਿਹਾਰ ਕਰਦੇ ਆ। ਲੇਕਿਨ ਇੱਕ ਗੱਲ ਤਾਂ ਪੱਕੀ ਹੈ ਕਿ ਇਹਨਾਂ ਦਿਨਾਂ 'ਚ ਜਿੰਨਾ ਚਿਰ ਤਾਂ ਮੁੱਖ ਮੰਤਰੀ ਸਕੱਤਰੇਤ 'ਚ ਰਹਿੰਦੇ ਹੋਣਗੇ, ਅਫਸਰ ਵੀ ਕੰਮ ਕਰਦੇ ਆ। ਲੇਕਿਨ ਜਦੋਂ ਮੁੱਖ ਮੰਤਰੀ ਉਡਾਰੀ ਭਰ ਜਾਂਦੇ ਆ, ਉਹ ਵੀ ਸਾਰੇ ਆਪਣੀ ਮਸਤੀ 'ਚ ਚਲੇ ਜਾਂਦੇ ਆ। ਨਿੱਠ ਕੇ ਕੰਮ ਕਰਨ ਵਾਲੀ ਕੋਈ ਗੱਲ ਇਹਨਾਂ ਦਿਨਾਂ 'ਚ ਨਹੀਂ ਹੁੰਦੀ। ਸ਼ਾਇਦ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਤੱਕ ਕਰਦੇ ਹੋਣਗੇ, ਅਦਰਵਾਈਜ਼ ਮੇਰੇ ਖਿਆਲ ਬਹੁਤ ਜ਼ਿਆਦਾ ਸੀਰੀਅਸ ਨਹੀਂ ਲਿਆ ਜਾਂਦਾ ਇਹਨਾਂ ਐਲਾਨਾਂ ਨੂੰ। ਇਹ ਆਪਾਂ ਅਤੀਤ ਵਿੱਚ ਦੇਖਿਆ। ਹੁਣ ਇਹੀ ਸਭ ਤੋਂ ਵੱਡਾ ਸੰਕਟ ਚੰਨੀ ਸਾਹਿਬ ਦੇ ਅੱਗੇ ਆ ਕਿ ਉਹਨਾਂ ਦੀ ਕ੍ਰੈਡੀਬਿਲਿਟੀ ਕਿੰਨੀ ਕੁ ਬਚੀ ਹੈ। ਲਗਾਤਾਰ ਐਲਾਨ ਕਰਨ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਵਿਸੰਗਤੀਆਂ ਦਾ ਸਾਹਮਣਾ, ਕਈ ਤਰ੍ਹਾਂ ਦੇ ਵਿਅੰਗ ਹੋ ਰਹੇ ਆ। ਹੁਣ ਇਹੀ ਗੱਲ ਵੱਡੀ ਸੀਗੀ ਕਿ ਜਿਸ ਦਿਨ ਪਹਿਲੇ ਦਿਨ ਉਹਨਾਂ ਦੀ ਅੱਖ ਚੋਂ ਅੱਥਰੂ ਡਿੱਗਿਆ ਸੀ, ਲੋਕਾਂ ਨੇ ਕਿਹਾ ਸੀ ਨਹੀਂ ਯਾਰ, ਸੱਚਿਓ ਉਹ ਬੰਦਾ ਜਿਹਨੇ ਆਪਣੇ ਪਿੰਡੇ ਤੇ ਠੰਡ ਧੁੱਪ ਹੰਢਾਈ ਆ, ਉਹਦਾ ਇਹ ਚਿਹਰਾ ਹੈ। ਲੇਕਿਨ ਹੌਲੀ ਹੌਲੀ ਉਹ ਚਿਹਰਾ ਬਦਲਦਾ ਇੱਕ ਤਰ੍ਹਾਂ ਦਿਖਾਵਾ ਹੀ ਰਹਿ ਗਿਆ। ਗੱਲ ਭੰਗੜਿਆਂ ਨਾਲ ਢਿੱਡ ਨਹੀਂ ਭਰਦਾ। ਭੰਗੜਾ ਪਾਉਂਦਿਆਂ ਵੇਖ ਕੇ ਮੁੱਖ ਮੰਤਰੀ ਨੂੰ ਚੰਗਾ ਲੱਗਦਾ ਹੈ ਨਾ, ਅਹਿਸਾਸ ਵਧੀਆ ਹੁੰਦਾ। ਲੇਕਿਨ ਨਾਲ ਦੀ ਨਾਲ ਤੁਸੀਂ ਰੈਲੀਆਂ ਤੋਂ ਲੈ ਕੇ ਦਿਨ ਰਾਤ ਲਗਾਤਾਰ ਉੱਡ ਰਹੇ ਹੋ, ਤੇ ਫਿਰ ਕੰਮ ਕਿਹੜੇ ਵੇਲੇ ਕਰੋਗੇ? ਪਹਿਲਾ ਜਿਹੜਾ ਸੀ ਉਹ ਵਿਅਕਤੀ ਆਪਣੇ ਘਰ ਤੋਂ ਸਕੱਤਰੇਤ ਤੱਕ ਦਾ ਸਫ਼ਰ ਨਹੀਂ ਸੀ ਕਰਦਾ, ਤੇ ਦੂਜਾ ਸਾਰੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ। ਇਹੀ ਸਥਿਤੀ ਦੇ ਨਾਲ ਉਹਨਾਂ ਨੇ ਜਿਹੜਾ ਆਪਣੇ ਦਫ਼ਤਰ 'ਚੋਂ ਕੰਮ ਚਲਾ ਕੇ, ਜੇ ਉਹ 20 ਘੰਟਿਆਂ ਦੀ ਬਜਾਏ 10 ਘੰਟੇ ਹੀ ਕਰ ਦਿੰਦੇ ਨਾ ਕੰਮ ਜੀ, ਤੇ ਰਿਜ਼ਲਟ ਇੰਨੇ ਸੋਹਣੇ ਹੋਣੇ ਸੀ। ਉਹ ਚੀਜ਼ਾਂ ਐਲਾਨ ਕਰਕੇ ਇੰਪਲੀਮੈਂਟ ਕਰਾਉਣ ਲਈ ਦਿਨ ਭਰ ਉਹਨਾਂ ਥਾਵਾਂ ਤੇ ਬਹਿੰਦੇ, ਚੰਗਾ ਲੱਗਣਾ ਸੀ। ਤੇ ਮੈਨੂੰ ਲੱਗਦਾ ਕਈ ਵਾਰੀ ਭੁਲੇਖੇ ਵੀ ਬੜੇ ਸਿਰਜਦੇ ਜਾਂਦੇ ਆ। ਆਲੇ ਦੁਆਲੇ ਵਾਲੇ ਤੁਹਾਨੂੰ ਬਹਿਣ ਕਿੱਥੇ ਦਿੰਦੇ ਆ? ਤੁਹਾਨੂੰ ਇਸ ਦੌਰ ਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ। ਪਰ ਮੈਨੂੰ ਇਸ ਗੱਲ ਤੇ ਜਾ ਕੇ ਜ਼ਿਆਦਾ ਤਸੱਲੀ ਹੋਊਗੀ ਹੁਣ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਹ ਲੱਭ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ਤੇ ਖਤਮ ਸਮਝਣ ਵਾਲੇ ਲੋਕ ਹੁਣ ਉਹਨਾਂ ਨੂੰ ਕਿਹੜੀ ਤਸ਼ਬੀਹ ਨਾਲ ਨਵਾਜਣਗੇ ਕਿ ਉਹਨਾਂ ਨੇ ਕੇਂਦਰੀ ਸੱਤਾ 'ਚ ਹਿੱਸੇਦਾਰੀ ਪਾ ਲਈ। ਜਦੋਂ ਭਾਜਪਾ ਨੇ ਕਹਿਤਾ ਵੀ ਹੁਣ ਅਸੀਂ ਕਹਿ ਸਕਦੇ ਹਾਂ ਸਾਡਾ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਹੋ ਗਿਆ, ਤੇ ਇਹ ਸ਼ਬਦ ਸ਼ੇਖਾਵਤ ਸਾਹਿਬ ਦੇ ਬੜੇ ਵੱਡੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਵੇਂ ਉਹਨਾਂ ਦਾ ਵਚਨ ਸੀ ਉਹ ਪੂਰਾ ਕਰਤਾ। ਉਹਨਾਂ ਨੇ ਕਿਸੇ ਜਗ੍ਹਾ ਇਹ ਕਿਹਾ ਸੀ ਕਿ ਅਮਰਿੰਦਰ ਸਿੰਘ ਨੂੰ ਮੇਰੇ ਕਰਕੇ ਲਾਇਆ ਗਿਆ ਕਿਉਂਕਿ ਮੇਰੇ ਨਾਲ ਸਾਂਝ ਸੀ ਤੇ ਅਸੀਂ ਪਿੱਠ ਨਹੀਂ ਉਹਨਾਂ ਨੂੰ ਦਿਖਾਉਣੀ। ਕੈਪਟਨ ਅਮਰਿੰਦਰ ਸਿੰਘ ਨੂੰ ਤਗੜਾ ਆਸਰਾ ਮਿਲ ਗਿਆ। ਇਹਦੇ ਤੇ ਤੁਹਾਡੀ ਟਿੱਪਣੀ, ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਸਿਆਸੀ ਫਸਲ ਕਿਵੇਂ ਵੱਢਦੇ ਜਾਂ ਕਿਹੜੀ ਉਹਨਾਂ ਦੀ ਫਸਲ ਆ, ਇਹ ਤੇ ਬਾਅਦ ਚ ਮੱਥਾਪੱਚੀ ਹੋਊਗੀ। ਲੇਕਿਨ ਫਿਲਹਾਲ ਸਿਆਸੀ ਕੋਟੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਆ ਗਈਆਂ, ਫਿੱਟ ਕੀਤੀਆਂ। ਦੇਖੋ ਰੰਧਾਵਾ ਜੀ, ਮੇਰਾ ਮੰਨਣਾ ਕਿ ਕੈਪਟਨ ਅਮਰਿੰਦਰ ਸਿੰਘ ਕੋਲੇ ਬਹੁਤ ਜ਼ਿਆਦਾ ਕੋਈ ਆਪਸ਼ਨ ਬਚੇ ਵੀ ਨਹੀਂ ਸੀ। ਉਹਨਾਂ ਕੋਲੇ ਭਾਜਪਾ ਦੇ ਨਾਲ, ਕਿਉਂਕਿ ਉਹਨਾਂ ਤੇ ਹਮੇਸ਼ਾ ਹੀ ਇਲਜ਼ਾਮ ਲੱਗਦੇ ਸੀ ਕਿ ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਚੱਲਦੇ ਆ। ਜਦੋਂ ਤੋਂ ਉਹਨਾਂ ਦੇ ਕਾਂਗਰਸ ਦੇ ਨਾਲ ਸੰਬੰਧ ਵਿਗੜੇ ਨੇ, ਖਾਸ ਤੌਰ ਤੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਇੱਕ ਪਲ, ਜਿਹੜਾ ਬੰਦਾ ਸਿਆਸੀ ਤੌਰ ਤੇ ਗੈਰ ਪ੍ਰਸੰਗਿਕ ਇਰਰੈਲੇਵੈਂਟ ਹੋ ਚੁੱਕਿਆ ਸੀ ਜਾਂ ਹੋਣ ਦੀ ਕਗਾਰ ਤੇ ਸੀ, ਉਸ ਵਿਅਕਤੀ ਨੂੰ ਜੇ ਤੁਸੀਂ ਚੱਕ ਕੇ ਬਰਾਬਰ ਦੂਜੀਆਂ ਧਿਰਾਂ ਦੇ ਖਿਲਾਰ ਦਿੰਦੇ ਹੋ, ਰਿਜ਼ਲਟ ਕੀ ਹੋਣੇ ਵੱਖਰੀ ਗੱਲ ਆ। ਤਾਂ ਮੈਂ ਉਸ ਗੱਲ ਤੋਂ ਗੱਲ ਕਰ ਰਿਹਾ ਕਿ ਬੀਜੇਪੀ ਨੇ ਯਾਰੀ ਪੁਗਾਤੀ ਲੱਗਦੀ ਜੀ। ਹਾਂ ਬਿਲਕੁਲ, ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਆਪਣਾ ਵਕਾਰ ਪੰਜਾਬ ਦੇ ਵਿੱਚ ਬਹੁਤ ਥੱਲੇ ਚਲਾ ਗਿਆ ਹੈ। ਅੱਜ ਵੀ ਸਾਨੂੰ ਨਹੀਂ ਲੱਗਦਾ, ਚਾਹੇ ਕਿਉਂਕਿ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਕੇਂਦਰ ਦੇ ਵਿੱਚ ਵੀ ਆਪਣੀ ਲੜਾਈ ਲੜ ਰਹੀ ਹੈ ਆਪਣੇ ਵਜੂਦ ਦੀ, ਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਸਾਰੀਆਂ ਸਟੇਟਸ ਦੇ ਵਿੱਚ ਲੜ ਰਹੀ ਆ। ਲੇਕਿਨ ਸਾਨੂੰ ਇਹ ਵੀ ਪਤਾ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਗੁੱਸਾ ਵੀ ਬਹੁਤ ਆ। ਤੁਸੀਂ ਇੱਕ ਚੀਜ਼ ਦੇਖੋ, ਸੁਖਦੇਵ ਸਿੰਘ ਢੀਂਡਸਾ ਦੀਆਂ ਮੈਂ ਇੱਥੇ ਐਗਜ਼ਾਮਪਲ ਦੇਣਾ ਚਾਹੂੰਗਾ, ਉਦਾਹਰਨ ਦੇਣਾ ਚਾਹੂੰਗਾ, ਜਿਨ੍ਹਾਂ ਦੀਆਂ ਪਿਛਲੇ ਦਿਨਾਂ ਦੇ ਦੌਰਾਨ ਅਮਿਤ ਸ਼ਾਹ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਕੇਂਦਰ ਦੇ, ਉਹਨਾਂ ਨਾਲ ਗੱਲਬਾਤ ਹੁੰਦੀ ਆ, ਲੇਕਿਨ ਹਜੇ ਤੱਕ ਉਹਨਾਂ ਦਾ ਫੈਸਲਾ ਸਪਸ਼ਟ ਨਹੀਂ ਹੁੰਦਾ। ਦਰਅਸਲ ਉਹਨਾਂ ਤੋਂ ਇਹ ਸਵਾਲ ਪੁੱਛੇ ਗਏ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਹੀ ਜਾਣਾ ਤੇ ਫਿਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਛੱਡਣ ਦੀ ਲੋੜ ਕੀ ਸੀ? ਤੁਸੀਂ ਕਿੰਨਾ ਕਾਰਨਾਂ ਕਰਕੇ ਉਹਨਾਂ ਤੋਂ ਬਾਹਰ ਆਏ, ਤੇ ਤੁਸੀਂ ਉਹਨਾਂ ਕਾਰਨਾਂ ਕਰਕੇ ਤੁਸੀਂ ਭਾਜਪਾ ਨਾਲ ਜੁੜ ਰਹੇ ਹੋ। ਦੇਖੋ, ਗੱਲ ਸਿਰਫ ਇੰਨੀ ਹੈ, ਜੋ ਮੇਰਾ ਇਹ ਮੰਨਣਾ ਹੈਗਾ ਕਿ ਭਾਰਤੀ ਜਨਤਾ ਪਾਰਟੀ, ਚਾਹੇ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਵੀ ਕੁਝ ਲੋਕ ਜੁੜੇ ਨੇ, ਜਾਂ ਪੰਜਾਬ ਲੋਕ ਕਾਂਗਰਸ ਜਿਹੜੀ ਨਵੀਂ ਪਾਰਟੀ ਬਣਾਈ ਆ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨਾਲ ਵੀ ਕੁਝ ਲੋਕ ਜੁੜੇ ਨੇ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਸਿਆਸੀ ਵਜੂਦ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ, ਹਾਂ
ਭਾਰਤੀ ਜਨਤਾ ਪਾਰਟੀ ਕੋਲੇ ਪੈਸੇ ਦੀ ਘਾਟ ਨਹੀਂ, ਸੰਸਾਧਨ ਦੀ ਘਾਟ ਨਹੀਂ, ਸਾਰਾ ਕੁਝ ਇਹ ਆਪਟਿਕਸ ਕਿੱਦਾਂ ਕਰਨੀਆਂ, ਫੋਟੋਆਂ ਕਿੱਥੇ ਖਿਚਾਉਣੀਆਂ, ਬਹੁਤ ਕੁਝ ਹੈ ਇਹਨਾਂ ਕੋਲੇ। ਲੇਕਿਨ ਕੀ ਪੰਜਾਬ ਦੇ ਲੋਕ ਜਾਂ ਇੱਥੋਂ ਦੇ ਜਿਹੜੇ ਲੋਕ ਆ ਇਹਨਾਂ ਨੂੰ ਉਸ ਤਰ੍ਹਾਂ ਦੇ ਨਾਲ ਦੁਬਾਰਾ ਇਹਨਾਂ ਦੇ ਵਿੱਚ ਭਰੋਸਾ ਜਿਤਾਉਣਗੇ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ? ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਤਾਂ ਪਿਛਲੀ ਵਾਰੀ ਵੀ 3 ਸੀਟਾਂ ਤੇ ਨਿਬੇੜਤਾ ਸੀ, ਉਹਨਾਂ ਚੋਂ ਵੀ ਸੋਮ ਪ੍ਰਕਾਸ਼ ਜਿਹੜੀ ਸੀ ਉਹ ਕੇਂਦਰ ਚ ਚਲੇ ਗਏ ਸੀ, ਬਾਅਦ ਚ 2 ਹੀ ਸੀਟਾਂ ਰਹਿ ਗਈਆਂ। ਕੋਸ਼ਿਸ਼ ਉਹਨਾਂ ਦੀ ਜ਼ਰੂਰ ਆ, ਔਰ ਖਾਸ ਤੌਰ ਤੇ ਇਸ ਸੰਦਰਭ ਚ ਜ਼ਰੂਰ ਦੇਖਣਾ ਚਾਹੀਦਾ ਰੰਧਾਵਾ ਜੀ ਕਿ ਸ਼ਾਇਦ ਖੇਤੀ ਕਾਨੂੰਨ ਵਾਪਸ ਹੋਣ ਦੇ ਨਾਲ ਇਹਨਾਂ ਦਾ ਦੁਬਾਰਾ ਜਿਹੜਾ ਵਕਾਰ ਹੈ ਜਾਂ ਵਜੂਦ ਆ ਬਣ ਜਾਊਗਾ, ਕਿਉਂਕਿ ਹਜੇ ਤੱਕ ਇਸ ਤਰ੍ਹਾਂ ਦੀ ਕਿਸੇ ਪਾਸੇ ਕੋਈ ਖਬਰਾਂ ਆ ਨਹੀਂ ਰਹੀਆਂ ਕਿ ਭਾਰਤੀ ਜਨਤਾ ਪਾਰਟੀ ਨੂੰ ਉਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚੋਂ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਲੋਕਾਂ ਦਾ ਜਿਹੜਾ ਗੁੱਸਾ ਜਾਂ ਇਹਨਾਂ ਦੇ ਪ੍ਰਤੀ ਇੱਥੋਂ ਤੱਕ ਵੀ ਲੋਕ ਕਹਿੰਦੇ ਸੀ ਨਫ਼ਰਤ ਆ, ਸ਼ਾਇਦ ਉਹ ਕਿਤੇ ਮੱਠੀ ਪੈ ਜਾਏ ਤੇ ਫਿਰ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਹੁੰਗਾਰਾ ਮਿਲੇ। ਹਜੇ ਤੱਕ ਮੈਨੂੰ ਲੱਗਦਾ ਨਹੀਂ ਕਿ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ ਜਾਂ ਸੁਖਦੇਵ ਸਿੰਘ ਢੀਂਡਸਾ ਨੂੰ ਉਸ ਤਰ੍ਹਾਂ ਦਾ ਹੁੰਗਾਰਾ ਪੰਜਾਬ ਚੋਂ ਮਿਲ ਸਕਦਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਲੇਕਿਨ ਹੁਣ ਇਹ ਜ਼ਰੂਰ ਆ ਕਿ ਸ਼ਾਇਦ ਕਿਤੇ ਨਾ ਕਿਤੇ, ਜਿਵੇਂ ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਜਿਵੇਂ ਇਹ ਕਹਿੰਦੇ ਆ ਕਿ ਸ਼ਾਇਦ ਉਹਨਾਂ ਨੂੰ ਮਾੜਾ ਮੋਟਾ ਸਹਾਰਾ ਜ਼ਰੂਰ ਮਿਲ ਗਿਆ ਹੋਵੇ, ਲੇਕਿਨ ਇਹਦਾ ਆਉਣ ਵਾਲੇ ਦਿਨਾਂ 'ਚ ਸਿਆਸੀ ਰੰਗ ਕੀ ਦਿਖਾਊਗਾ ਇਹ ਅਸੀਂ ਜ਼ਰੂਰ ਦੇਖਾਂਗੇ ਜੀ। ਅਕਸਰ ਜਦੋਂ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਹੁੰਦੀਆਂ ਤਾਂ ਉਹ ਜਿਹੜੀਆਂ ਧਿਰਾਂ ਫਾਈਟ ਕਰਨ ਲਈ ਵੱਧ ਰਹੀਆਂ ਹੁੰਦੀਆਂ, ਜਿਵੇਂ ਬੀਜੇਪੀ ਆ, ਜਿਵੇਂ ਕੈਪਟਨ ਅਮਰਿੰਦਰ ਸਿੰਘ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਤੇ ਤਾਂ ਫੇਲੀਅਰ ਦਾ ਦੋਸ਼ ਲਾ ਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ, ਇੱਕ ਅਸਫਲਤਾ ਸਾਰੀ ਦੀ ਸਾਰੀ ਭਾਂਡਾ ਉਹਨਾਂ ਸਿਰ ਹੀ ਭੱਜਿਆ। ਉਹ ਕਿਵੇਂ ਲੈਂਦੇ ਮੈਨੂੰ ਨਹੀਂ ਪਤਾ, ਲੇਕਿਨ ਅਮੂਮਨ ਐਸੀਆਂ ਪਰਿਸਥਿਤੀਆਂ 'ਚ ਫਸੇ ਵਿਅਕਤੀ ਪੁਰਾਣੀਆਂ ਉਦਾਹਰਨਾਂ ਤੋਂ ਕੰਮ ਲੈਂਦੇ ਆ ਕਿ ਜੇ ਬਲੂ ਸਟਾਰ ਆਪਰੇਸ਼ਨ ਵਰਗੀ ਹਾਲਾਤ ਵਿੱਚੋਂ ਨਿਕਲ ਕੇ ਕਾਂਗਰਸ 3 ਵਾਰੀ ਸਰਕਾਰ ਬਣਾ ਸਕਦੀ ਆ, ਤੇ ਬੀਜੇਪੀ ਇਸ ਉਦਾਹਰਨ ਨਾਲ ਕਿ ਸਾਡਾ ਤਾਂ ਸਿੱਖਾਂ ਨਾਲ ਬਹੁਤਾ ਵਿਰੋਧ ਰਿਹਾ ਨਹੀਂ, ਹਾਲਾਂਕਿ ਆਰਐਸਐਸ ਔਰ ਸਿੱਖ ਜਥੇਬੰਦੀਆਂ 'ਚ ਟਕਰਾਅ ਲਗਾਤਾਰ ਰਿਹਾ, ਵਿਚਾਰਧਾਰਕ ਟਕਰਾ ਰਿਹਾ, ਔਰ ਜਿਹੜੀ ਗੱਲ ਭਾਰਤ ਸਰਕਾਰ ਦੇ ਪੱਧਰ ਤੇ ਆ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਚੰਗੇ ਐਲਾਨ ਕਰਕੇ ਇਸ ਕਮਿਊਨਿਟੀ ਪ੍ਰਤੀ, ਖਾਸ ਤੌਰ ਤੇ ਸਿੱਖਾਂ ਔਰ ਪੰਜਾਬ ਪ੍ਰਤੀ ਕੁਝ ਨਰਮ ਗੋਸ਼ਾ ਰੱਖ ਕੇ ਜਾਂ ਕੁਝ ਸਹੂਲਤਾਂ ਜਾਂ ਕੁਝ ਐਲਾਨ ਕਰਕੇ ਅੱਗੇ ਵੱਧ ਸਕਦੇ ਆ, ਔਰ ਇਸੇ ਕਵਾਇਦ 'ਚ ਹੋਣਗੇ ਕਿ ਜੇ ਕਾਂਗਰਸ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵੀ ਸਰਕਾਰ ਬਣਾ ਸਕਦੀ ਹੈ ਤੇ ਅਸੀਂ ਕਿਉਂ ਨਹੀਂ। ਸੋ ਇਸ ਪ੍ਰਵਿਰਤੀ ਦੇ ਤਹਿਤ ਲੜਾਈ ਲੜਨ ਲਈ ਮੇਰੇ ਖਿਆਲ ਰਸੇ ਪੈੜੇ ਪੂਰੇ ਵੱਟ ਲਏ ਗਏ, ਕਸਰ ਕੋਈ ਨਹੀਂ ਛੱਡੀ ਗਈ। ਹੁਣ ਵੇਖਣਾ ਹੈ ਕਿ ਨਤੀਜੇ ਕੀ ਹੁੰਦੇ। ਪੰਜਾਬ ਦੇ ਲੋਕ ਕਿਸੇ ਵੇਲੇ ਬਹੁਤ, ਜਿਹਨੂੰ ਕਹਿੰਦੇ ਹੁੰਦੇ ਨਾ, ਕਿ ਵੱਖਰਾ ਰਿਜ਼ਲਟ ਵੀ ਦਿੰਦੇ ਆ, ਤੇ ਇਸ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆ ਰਹੀ ਕਿ ਕੀ ਹੋਣ ਵਾਲਾ। ਵੋਟ ਕਿੰਨੀ ਜਗ੍ਹਾ ਵੰਡੀ ਜਾਣੀ ਹੈ ਔਰ ਕਿੰਨਾ ਹਿੱਸਿਆਂ ਤੇ ਵਰਗਾਂ 'ਚ ਵੰਡੀ ਜਾਣੀ। ਇੱਕ ਪਾਰਟੀ 'ਚ ਚਾਰ ਚਿਹਰਿਆਂ ਦੀ ਗੱਲ ਹੋ ਰਹੀ ਹੈ। ਇੱਕ ਪਾਰਟੀ ਦੇ ਵਿੱਚ ਹੁਣ ਜੇ ਅਕਾਲੀ ਦਲ ਤੇ ਬਸਪਾ ਦੀ ਗੱਲ ਕਰ ਲਈਏ, ਉਹਨਾਂ ਨੇ ਬਸਪਾ ਦੀਆਂ ਗੋਟੀਆਂ ਫਿੱਟ ਕਰ ਲਈਆਂ ਤੇ ਦਲਿਤ ਵੋਟ ਜਾਂ ਅਨੁਸੂਚਿਤ ਜਾਤੀਆਂ ਦੀ ਵੋਟ ਤੇ ਨਜ਼ਰ ਰੱਖ ਲਈ, ਤੇ ਨਾਲ ਦੀ ਨਾਲ ਹੀ ਅਨਿਲ ਜੋਸ਼ੀ ਵਰਗੇ ਚਿਹਰਿਆਂ ਨੂੰ ਅੱਗੇ ਵਧਾ ਕੇ ਹਿੰਦੂ ਵੋਟ ਤੇ ਨਜ਼ਰ ਰੱਖ ਲਈ, ਤੇ ਤੀਜੇ ਬੰਨੇ ਸਿੱਧੂ, ਜਾਖੜ ਔਰ ਚੰਨੀ ਕਾਂਗਰਸ ਦੇ ਅੰਦਰ ਹੀ 3-4 ਵਰਗਾਂ ਦੇ ਨੁਮਾਇੰਦੇ ਬੈਠੇ ਆ ਜਾਂ ਦਿਖਾਵਾ ਕਰ ਰਹੇ ਆ। ਹੁਣ ਕਿੰਨੀ ਵੋਟ ਵਿਦਨ ਦਾ ਪਾਰਟੀ ਤੇ ਪਾਰਟੀਆਂ ਇੱਕ ਦੂਜੇ ਦੀਆਂ ਕਿੰਨੀ ਤੋੜਨਗੀਆਂ, ਇਹ ਵੇਖਣ ਵਾਲੀ ਗੱਲ ਹੋਊਗੀ। ਅਸੀਂ ਬਾਕੀ ਖਬਰਾਂ ਫਿਰ ਦੂਜੇ ਸੈਗਮੈਂਟ 'ਚ ਲਵਾਂਗੇ, ਕਿਉਂਕਿ ਕਾਫੀ ਅੱਗੇ ਆਇਆ। ਮਨਪ੍ਰੀਤ ਜੀ, ਤੁਹਾਡਾ ਗਲਾ ਕੁਝ ਅੱਗੇ ਨਾਲੋਂ ਥੋੜਾ ਬਿਹਤਰ ਹੋ ਰਿਹਾ, ਪਰ ਆਵਾਜ਼ ਦਾ ਭਾਰੀਪਣ ਮੈਨੂੰ ਲੱਗਦਾ ਕਿ ਇੱਕ ਅੱਧੇ ਦਿਨ 'ਚ ਖਤਮ ਹੋ ਜਾਊਗਾ। ਬਹੁਤ ਮਿਹਰਬਾਨੀ, ਆਪਣਾ ਧਿਆਨ ਰੱਖਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।